ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਮਹਾ ਬਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ। ਜਨਮ ਭਵੰਤੇ ਨਰਕ ਪੜੰਤੇ ਤਿਨਕੇ ਕੁਲ ਉਧਾਰੇ। ਰੋਜ਼ ਅਫਜ਼ੂ ਜ਼ਾਹੇ ਗੁਰੂ ਗੋਬਿੰਦ ਸਿੰਘ ਜ਼ੇਬ ਤਖਤੋ ਗਾਹੇ ਗੁਰੂ ਗੋਬਿੰਦ ਸਿੰਘ। ਆਲਮੇ ਰੋਸ਼ਨ ਜੇ ਗੁਰੂ ਗੋਬਿੰਦ ਸਿੰਘ ਜਾਨੋ ਦਿਲ ਗੁਲਸ਼ਨ ਜੇ ਗੁਰੂ ਗੋਬਿੰਦ ਸਿੰਘ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸ਼ਿਰਕਤ ਕਰ ਰਹੇ ਹੋ, ਹਾਜ਼ਰੀਨ ਹੋ। ਬੜੇ ਪ੍ਰੇਮ ਸਹਿਤ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੁਣਾਂ ਪਾਸੋਂ ਤੁਰਕੀ ਬਾਣੀ ਦਾ ਫੁਰਮਾਨ ਸਰਵਣ ਕੀਤਾ ਹੈ, ਜੋ ਵਿਸ਼ੇਸ਼ ਉਪਰਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਦਸਮ ਗ੍ਰੰਥ ਸਾਹਿਬ ਜੀ ਵਿੱਚੋਂ ਜੋ ਆਪ ਸੰਗਤ ਦੇ ਨਾਲ ਅਕਾਲ ਪੁਰਖ ਦੀ ਉਸਤਤ ਦੀ ਸਾਂਝ ਪਾਉਣੀ ਹੈ, ਦਿੱਲੀ ਕਮੇਟੀ ਵੱਲੋਂ ਕੀਤਾ ਗਿਆ ਹੈ। ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਕਲਗੀਧਰ ਪਾਤਸ਼ਾਹ ਦੇ ਪਵਿੱਤਰ ਰਚਨਾ ਦੇ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਦਾਸ ਨੇ ਮੰਗਲ ਪੜ੍ਹਿਆ ਹੈ, ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਨਿਰਗੁਣ ਤੋਂ ਭਾਵ ਇੱਥੇ ਨਿਗੁਣਾ ਬੰਦਾ ਜਿਹਦੇ ਵਿੱਚ ਕੋਈ ਗੁਣ ਨਹੀਂ ਹੈ। ਗੁਰੂ ਪਾਤਸ਼ਾਹ ਦੇ ਜਿਹੜੇ ਬੋਲ ਨੇ ਉਹ ਨਿਸਤਾਰਾ ਕਰਨ ਵਾਲੇ ਨੇ। ਨਿਸਤਾਰੇ ਤੋਂ ਭਾਵ ਹੈ ਨਿਜਾਤ ਬਖਸ਼ ਦੇਣੀ। ਗੁਣਹੀਨ ਬੰਦੇ ਨੂੰ ਵੀ ਸੰਸਾਰ ਸਾਗਰ ਤੋਂ ਪਾਰ ਲਿਜਾਣ ਵਾਲੇ ਨੇ। ਨਿਸਤਾਰੇ ਤੋਂ ਭਾਵ ਹੈ ਵਿਕਾਰਾਂ ਤੋਂ ਬੰਦ ਖਲਾਸੀ ਕਰ ਦੇਣੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਲੈਣਾ, ਜਨਮ ਅਤੇ ਮਰਨ ਦੇ ਗੇੜ ਤੋਂ ਰੱਖ ਲੈਣਾ, ਮੁਕਤੀ ਬਖਸ਼ ਦੇਣੀ। ਭਾਵ ਕਿ ਚਾਹੇ ਕੋਈ ਕਿਤਨਾ ਵੀ ਵਿਕਾਰੀ ਬੰਦਾ ਹੈ, ਜਿਹੜਾ ਗੁਰੂ ਪਾਤਸ਼ਾਹ ਦੇ ਬਚਨ ਸੁਣਦਾ ਹੈ, ਹਿਰਦੇ ਵਿੱਚ ਵਸਾਉਂਦਾ ਹੈ, ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ
ਸ਼੍ਰੀ ਦਸਮ ਬਾਣੀ ਦੇ ਵਿੱਚ ਜੋ ਇੱਕ ਭਾਗ ਹੈ ਬਚਿੱਤਰ ਨਾਟਕ, ਉਹਦੀ ਸ਼ੁਰੂਆਤ ਤੇ ਆਪਣੇ ਇਸ਼ਟ ਦਾ ਮੰਗਲ ਕਰਦੇ ਨੇ। ਦੇਖੋ ਮੰਗਲ ਹੁੰਦਾ ਕੀ ਹੈ, ਜਿਹਨੂੰ ਮੰਗਲਾਚਰਨ ਕਹਿੰਦੇ ਹੋ। ਜਿਹੜੇ ਕਵੀ ਨੇ ਨਾ, ਉਹਨਾਂ ਦੀ ਰਚਨਾ ਦੀ ਸੰਪੂਰਨਤਾ ਵਿਘਨਤਾ ਸਹਿਤ ਹੋ ਸਕੇ, ਉਹ ਆਪਣੇ ਇਸ਼ਟ ਨੂੰ, ਜਿਸ ਦੀ ਵੀ ਉਹ ਪੂਜਾ ਕਰਦੇ ਨੇ, ਇਬਾਦਤ ਕਰਦੇ ਨੇ, ਬੰਦਗੀ ਕਰਦੇ ਨੇ, ਉਹਨੂੰ ਯਾਦ ਕਰਕੇ ਕੁਝ ਅਲਫਾਜ਼ ਗਲੂਏ ਮੁਬਾਰਕ ਤੋਂ ਪ੍ਰਗਟ ਕਰਦੇ ਨੇ। ਹੁਣ ਕਿਸੇ ਇਸਲਾਮ ਜਗਤ ਦੇ ਵਿਦਵਾਨ ਦੀ ਰਚਨਾ ਹੋਵੇ ਤੇ ਉਹ ਮੁਹੰਮਦ ਜੀ ਨੂੰ, ਖੁਦਾ ਨੂੰ ਯਾਦ ਕਰੇ, ਬਿਸਮਿਲ੍ਲਾ ਨੂੰ ਯਾਦ ਕਰੇ, ਉਹ ਐਸੇ ਬੋਲ ਲਿਖੇ। ਕਿਸੇ ਹਿੰਦੂ ਵੀਰ ਦੀ ਰਚਨਾ ਹੋਵੇ ਤੇ ਉਹ ਸਰਸਵਤੀ ਤੇ ਗਣੇਸ਼ ਨੂੰ ਯਾਦ ਕਰਦਾ ਹੈ, ਮੰਗਲ ਕਰਦਾ ਹੈ, ਆਸ਼ੀਰਵਾਦ ਲੈਂਦਾ ਹੈ। ਤੇ ਸਿੱਖ ਜਗਤ ਦਾ ਇਸ਼ਟ ਕੌਣ ਹੈ, ਮੁਰਸ਼ਿਦ ਕੌਣ ਹੈ? ਅਕਾਲ ਪੁਰਖ। ਸੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਥੇ ਜਿਹੜਾ ਮੰਗਲਾਚਰਨ ਕਰਦੇ ਨੇ, ਉਹੀ ਮੰਗਲਾਚਰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ, 5 ਪਾਤਸ਼ਾਹੀਆਂ ਨੇ, ਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕੀਤਾ ਹੈ। ਮਹਾਰਾਜ ਦੀ ਪਵਿੱਤਰ ਬਾਣੀ ਦਸਮ ਦੇ 39 ਅੰਗ ਦੇ ਉੱਤੇ ਇਹ ਰਚਨਾ ਦਰਜ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਮਹਾਰਾਜ ਕਹਿੰਦੇ ਇੱਕ ਅਕਾਲ ਪੁਰਖ ਪਰਮਾਤਮਾ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਉਹ ਸਤ ਸਰੂਪ ਹੈ, ਉਹ ਸਤ ਹੈ। ਗੁਰ ਤੋਂ ਭਾਵ ਉਹ ਅਗਿਆਨ ਨੂੰ ਖਤਮ ਕਰਦਾ ਹੈ, ਤੇ ਪ੍ਰਸਾਦ ਤੋਂ ਭਾਵ ਹੈ ਕਿਰਪਾਲੂ ਬੜਾ ਹੈ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਉਸ ਇੱਕ ਅਕਾਲ ਪੁਰਖ ਨੂੰ, ਜੋ ਦਿਆਲੂ ਹੈ, ਗਿਆਨ ਬਖਸ਼ਦਾ ਹੈ, ਅਗਿਆਨ ਦਾ ਨਾਸ਼ ਕਰਦਾ ਹੈ, ਕਿਰਪਾ ਕਰਨ ਵਾਲਾ ਹੈ, ਉਹਦੇ ਅੱਗੇ ਅਰਦਾਸ ਕਰਕੇ ਇਹ ਆਪਣੀ ਰਚਨਾ ਸ਼ੁਰੂ ਕਰਦਾ ਹਾਂ। ਆਪਣੀ ਦਸਮ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਨੇ ਇਸ ਲਈ ਦਰਜ ਨਹੀਂ ਕੀਤਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਕੇਵਲ ਇੱਕ ਅਕਾਲ ਪੁਰਖ ਦੀ ਉਸਤਤ ਹੈ, ਤੇ ਦਸਮ ਬਾਣੀ ਵਿੱਚ ਮਹਾਰਾਜ ਦੀ ਆਟੋਬਾਇਓਗ੍ਰਾਫੀ ਵੀ ਹੈ, ਆਪਣਾ ਇਤਿਹਾਸ ਵੀ ਹੈ। ਚਾਹੇ ਉਹ ਭੰਗਾਣੀ ਦਾ ਯੁੱਧ ਹੈ, ਨੰਦੌੜ ਦਾ ਯੁੱਧ ਹੈ, ਬਾਣੀ ਦੇ ਨਾਲ ਨਾਲ ਮਹਾਰਾਜ ਨੇ ਉਹਦੇ ਵਿੱਚ ਇਤਿਹਾਸਿਕ ਪੱਖ ਵੀ ਦਰਜ ਕੀਤੇ ਨੇ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਨੇ ਆਪਣੇ ਅਲਫਾਜ਼ ਦਰਜ ਨਹੀਂ ਕੀਤੇ। ਹਾਂ, ਇੱਕ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਨੇ, ਬੇਨਤੀ ਕਰਦੇ ਨੇ ਵੀ ਮਹਾਰਾਜ ਸੰਪੂਰਨਤਾ ਕਰਵਾਇਓ। ਸੋ ਲਫ਼ਜ਼ ਹੈ ਇੱਕ ਓੰਕਾਰ। ਹੁਣ ਓੰਕਾਰ ਦਾ ਭਾਵ ਕੀ ਹੈ? ਓਮ ਕਹਿੰਦੇ ਨੇ ਬ੍ਰਹਮ ਨੂੰ, ਪਰਮਾਤਮਾ ਨੂੰ। ਕਾਰ ਦਾ ਮਤਲਬ ਹੈ ਕੇਵਲ, ਕੇਵਲ ਇੱਕ ਹੀ ਬ੍ਰਹਮ ਹੈ, ਉਹ ਹੈ ਅਕਾਲ ਪੁਰਖ ਪਰਮਾਤਮਾ, ਸਾਰਿਆਂ 'ਚ ਰਮਿਆ ਹੋਇਆ। ਹੁਣ ਸਨਾਤਨ ਮਤ ਨੇ ਓੰਗ ਨੂੰ 3 ਹਿੱਸਿਆਂ ਵਿੱਚ ਡਿਵਾਈਡ ਕੀਤਾ ਸੀ, ਸ਼ਿਵ ਜੀ, ਬ੍ਰਹਮਾ ਅਤੇ ਵਿਸ਼ਨੂੰ। ਗੁਰੂ ਨਾਨਕ ਸਾਹਿਬ ਨੇ ਅੱਗੇ ਇੱਕ ਲਾ ਦਿੱਤਾ ਵੀ ਇਹਨਾਂ ਦਾ ਵੀ ਮਾਲਕ ਇੱਕ ਪਰਮਾਤਮਾ ਹੀ ਹੈ। ਸੋ ਇੱਕ ਓੰਕਾਰ, ਕੇਵਲ ਇੱਕ ਪਰਮਾਤਮਾ ਜੋ ਸਭਨਾਂ ਦਾ ਪ੍ਰਕਾਸ਼ਕ ਹੈ। ਪ੍ਰਾਪਤ ਕਿਵੇਂ ਹੁੰਦਾ? ਕਹਿੰਦੇ ਸਤਿਗੁਰ ਪ੍ਰਸਾਦ। ਗੁਰੂ ਦੀ ਕਿਰਪਾ ਹੋਵੇ ਤੇ ਉਸ ਦੀ ਪ੍ਰਾਪਤੀ ਹੁੰਦੀ ਹੈ, ਉਹ ਪ੍ਰਾਪਤ ਹੋ ਜਾਂਦਾ ਹੈ। ਹੁਣ ਤੁਸੀਂ ਇਸ ਗੱਲ ਵੱਲ ਧਿਆਨ ਦਿਓ, ਇਹ ਜਿੰਨੀ ਵੀ ਦੁਨੀਆ ਹੈ ਇੱਕ ਓੰਕਾਰ ਤੋਂ ਹੀ ਇਹਦਾ ਵਿਸਥਾਰ ਹੋਇਆ ਹੈ। ਇੱਕ ਓੰਕਾਰ ਹੀ ਸਭਨਾਂ ਦਾ ਬੀਜ ਰੂਪ ਹੈ, ਆਪਣਾ ਵਜੂਦ ਪਰਮਾਤਮਾ ਹੀ ਹੈ ਸਾਰਿਆਂ ਦਾ। ਇਸ ਕਰਕੇ ਉਹਦਾ ਮੰਗਲ ਕਰਦੇ ਨੇ। ਹੁਣ ਆਪੋ ਆਪਣੀ ਮਨੌਤ ਹੈ, ਕੋਈ ਕਹਿੰਦਾ ਕਿਸੇ ਤਰ੍ਹਾਂ ਦੁਨੀਆ ਸੱਜੀ ਹੈ, ਕੋਈ ਕਹਿੰਦਾ ਕਿਸੇ ਨੇ ਸਾਜੀ ਹੈ। ਸਿੱਖ ਜਗਤ ਦਾ ਸਿਧਾਂਤ ਕਹਿੰਦਾ ਹੈ ਓੰਕਾਰ ਸਭ ਸ੍ਰਿਸ਼ਟ ਉਪਾਈ। ਪਰਮਾਤਮਾ ਨੇ ਸ੍ਰਿਸ਼ਟੀ ਸਾਜੀ ਹੈ, ਸਭ ਖੇਲ ਤਮਾਸ਼ਾ ਤੇਰੀ ਵਡਿਆਈ।
ਸਭ ਦਾ ਵਜੂਦ ਪਰਮਾਤਮਾ ਹੈ। ਗੁਰੂ ਗ੍ਰੰਥ ਸਾਹਿਬ ਦੇ ਇਹ ਬੋਲ ਨੇ ਵੀ ਪਰਮਾਤਮਾ ਨੇ ਸਭ ਨੂੰ ਪੈਦਾ ਕੀਤਾ ਹੈ, ਉਹਦਾ ਹੀ ਸਾਰੀ ਦੁਨੀਆ ਵਿਸਥਾਰ ਹੈ। ਕਲਗੀਧਰ ਪਾਤਸ਼ਾਹ ਨੇ ਵੀ ਦਸਮ ਬਾਣੀ ਵਿੱਚ ਕਿਹਾ, ਪ੍ਰਥਮ ਕਾਲ ਜਬ ਕਰਾ ਪਸਾਰਾ, ਓੰਕਾਰ ਤੇ ਸ੍ਰਿਸ਼ਟ ਉਪਾਰਾ। ਗੁਰੂ ਗੋਬਿੰਦ ਸਿੰਘ ਕਹਿੰਦੇ ਅਕਾਲ ਪੁਰਖ ਤੋਂ ਹੀ ਦੁਨੀਆ ਬਣੀ ਹੈ। ਭਾਈ ਗੁਰਦਾਸ ਨੂੰ ਪੜ੍ਹ ਲਓ, ਓੰਕਾਰ ਆਕਾਰ ਕਰ, ਪੌਣ ਪਾਣੀ ਬੈ ਸੰਤਰ ਧਾਰੇ। ਓੰਕਾਰ ਨੇ ਹੀ ਸਾਰੇ ਆਕਾਰ ਬਣਾਏ ਨੇ। ਸੋ ਇੱਥੇ ਸਿਧਾਂਤ ਇੱਕ ਹੀ ਹੈ ਸਿੱਖ ਜਗਤ ਦਾ, ਚਾਹੇ ਕਿਸੇ ਵੀ ਵਿਦਵਾਨ ਦੀ ਰਚਨਾ ਹੋਵੇ ਜਾਂ ਗੁਰੂ ਪਾਤਸ਼ਾਹ ਦੇ ਬੋਲ ਹੋਣ, ਇੱਕ ਓੰਕਾਰ ਦੀ ਵਿਆਖਿਆ ਮੂਲ ਮੰਤਰ ਹੈ। ਮੂਲ ਮੰਤਰ ਦੀ ਵਿਆਖਿਆ ਜਪਜੀ ਸਾਹਿਬ ਹੈ। ਜਪਜੀ ਸਾਹਿਬ ਦੀ ਵਿਆਖਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਇਤਿਹਾਸਿਕ ਹਵਾਲਿਆਂ ਦੀ ਵਿਆਖਿਆ ਸ਼੍ਰੀ ਦਸਮ ਗ੍ਰੰਥ ਸਾਹਿਬ ਹੈ। ਭਾਈ ਗੁਰਦਾਸ ਦੀ ਬਾਣੀ ਹੈ, ਭਾਈ ਨੰਦ ਲਾਲ ਜੀ ਦੀ ਬਾਣੀ ਹੈ। ਮੈਂ ਤੁਹਾਡੇ ਨਾਲ 2-4 ਪੰਕਤੀਆਂ ਸਾਂਝੀਆਂ ਕਰ ਦਿੰਦਾ ਗੁਰੂ ਨਾਨਕ ਸਾਹਿਬ ਦੀਆਂ, ਤੁਹਾਨੂੰ ਸਮਝ ਲੱਗ ਸਕੇ ਵੀ ਜੇ ਦਸਮ ਬਾਣੀ ਨਾ ਹੋਵੇ ਤੇ ਇਹਨਾਂ ਦਾ ਅਰਥ-ਬੋਧ ਹਾਸਲ ਕਰਨ ਲਈ ਸਾਨੂੰ ਕਾਸ਼ੀ ਬ੍ਰਾਹਮਣਾਂ ਕੋਲ ਜਾਣਾ ਪੈਂਦਾ। ਉਹਨਾਂ ਫਿਰ ਸਾਨੂੰ ਜੰਝੂ ਪਾਉਣਾ ਸੀ, ਸਾਡੇ ਧਰਮ ਦਾ ਹਰਨ ਕਰਨਾ ਸੀ। ਸੋ ਮਹਾਰਾਜ ਨੇ ਸੁਖਾਲੀ ਭਾਸ਼ਾ ਵਿੱਚ, ਗੁਰਮੁਖੀ ਪੰਜਾਬੀ ਵਿੱਚ, ਇਹ ਮਹਿੰਗੇ ਬੋਲ ਜੋ ਸੰਸਕ੍ਰਿਤ ਦੇ ਵੇਦਾਂ ਸ਼ਾਸਤਰਾਂ ਦੇ ਨੇ, ਆਪਣੇ ਖਾਲਸੇ ਲਈ ਦਸਮ ਬਾਣੀ 'ਚ ਹੀ ਲਿਖ ਦਿੱਤੇ ਵੀ ਤੁਸੀਂ ਕਿਸੇ ਅੱਗੇ ਜਾ ਕੇ ਹੱਥ ਨਹੀਂ ਫੈਲਾਉਣਾ। ਚਾਹੇ ਮਹਾਦੀਨ ਮੁਹੰਮਦ ਜੀ ਦੀ ਗੱਲ ਹੈ, ਕਿਉਂਕਿ ਇਹ 2 ਧਰਮ ਪ੍ਰਚਲਿਤ ਸਨ ਭਾਰਤ ਵਿੱਚ, ਇਸਲਾਮ ਤੇ ਸਨਾਤਨ ਮਤ। ਮਹਾਰਾਜ ਨੇ ਦੋਵਾਂ ਦੇ ਹੀ ਰਹਿਬਰਾਂ ਮਹਾਂਪੁਰਸ਼ਾਂ ਬਾਬਤ ਜ਼ਿਕਰ ਕਰ ਦਿੱਤਾ ਵੀ ਸਿੱਖ ਇੱਥੇ ਹੀ ਪੜ੍ਹ ਸਕਣ। ਹੁਣ ਭੱਟਾਂ ਦੀ ਬਾਣੀ ਵਿੱਚ ਬੜੇ ਪੁਰਾਤਨ ਹਵਾਲੇ ਆਉਂਦੇ ਨੇ ਸਨਾਤਨ ਮਤ ਦੇ, ਆਪਾਂ ਉਹ ਵੀ ਨਹੀਂ ਲੈਂਦੇ, ਆਪਾਂ ਗੁਰੂ ਨਾਨਕ ਸਾਹਿਬ ਨੂੰ ਲੈ ਲੈਂਦੇ ਹਾਂ। ਬ੍ਰਹਮੈ ਗਰਭ ਕੀਆ ਨਹੀਂ ਜਾਣਿਆ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੌੜੀ ਮਹੱਲਾ ਪਹਿਲਾ, ਬ੍ਰਹਮੈ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਪਤ ਪੜੀ ਪਛਤਾਨਿਆ। ਹੁਣ ਬ੍ਰਹਮਾ ਜੀ ਤੇ ਕਿਹੜੀ ਬਿਪਤਾ ਪਈ, ਕਿਉਂ ਪਛਤਾਏ ਹੋ? ਏਡਾ ਵੱਡਾ ਦੇਵਤਾ ਵੀ ਪਛਤਾਇਆ। ਉਸ ਨੂੰ ਕਾਹਦਾ ਹੰਕਾਰ ਹੋ ਗਿਆ? ਬਲ ਰਾਜਾ ਮਾਇਆ ਅਹੰਕਾਰੀ। ਬਲ ਰਾਜਾ ਕੌਣ ਸੀ? ਉਹਨੂੰ ਹੰਕਾਰ ਕਿਉਂ ਹੈ ਮਾਇਆ ਦਾ? ਜਗਨ ਕਰੈ ਬਹੁ ਭਾਰ ਅਫਾਰੀ। ਇੱਦਾਂ ਦੇ ਬੜੇ ਹਵਾਲੇ ਆਉਂਦੇ ਨੇ। ਹਰੀ ਚੰਦ ਦਾਨ ਕਰੈ ਜਸ ਲੇਵੈ। ਹਰੀ ਚੰਦ ਰਾਜਾ ਕੌਣ ਸੀ? ਦਾਨ ਕਰਕੇ ਉਸਨੇ ਵਡਿਆਈ ਖੱਟੀ ਹੈ। ਉਹਦਾ ਕੈਸਾ ਜੀਵਨ ਸੀ? ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਦੁਰਮਤ ਹਰਨਾਕਸ ਦੁਰਾਚਾਰੀ। ਹਰਨਾਕਸ ਦੁਰਾਚਾਰੀ ਬੰਦਾ ਸੀ। ਉਹਦਾ ਜੀਵਨ ਕੈਸਾ ਹੈ? ਦੁਰਾਚਾਰੀ ਹੈ। ਕਿਉਂ ਦੁਰਾਚਾਰੀ ਹੈ? ਕੈਸੇ ਉਹਨੇ ਕਰਮ ਕਮਾਏ ਨੇ? ਇਹ ਜਿਤਨੇ ਵੀ ਬੋਲ ਨੇ, ਚਾਹੇ ਉਹ ਲੰਕਾ ਲੂਟੀ ਸੀਸ ਸਮੇਤ, ਐਸੇ ਜਿੰਨੇ ਵੀ ਬੋਲ ਨੇ, ਸਹਿਸ ਬਾਹੂ ਮਦ ਕੀਟ ਮੈਂ ਖਾਸਾ, ਇਹ ਗੁਰੂ ਨਾਨਕ ਸਾਹਿਬ ਦੇ ਹੀ ਬੋਲ ਨੇ। ਸਹਿਸ ਬਾਹੂ ਕਹਿੰਦੇ ਮਦ ਕੀਟ ਮਹਿ ਖਾਸਾ। ਸਹੰਸਰ ਬਾਹੂ ਕੌਣ ਸੀ? ਮਹਿਕਾਸੁਰ ਕੌਣ ਸੀ? ਹਰਨਾਕਸ ਲੈ ਨਖੋ ਵਿਦਾਸਾ। ਕਿੱਦਾਂ ਨਹੁੰਆਂ ਨਾਲ ਹਰਨਾਕਸ ਨੂੰ ਪਾੜਿਆ? ਕਾਹਦੇ ਲਈ ਚੀਰ ਕੇ ਸੁੱਟਿਆ ਸੀ? ਇਹ ਤੁਹਾਨੂੰ ਇਹਦਾ ਜੇ ਵਿਸਥਾਰ ਚਾਹੀਦਾ ਹੈ ਨਾ, ਤੇ ਬ੍ਰਾਹਮਣ ਕੋਲ ਵੀ ਨਾ ਜਾਣਾ ਪਵੇ ਤੇ ਉਹ ਦਸਮ ਬਾਣੀ ਚੋਂ ਹੀ ਮਿਲਣਾ ਹੈ, ਗੁਰੂ ਨਾਨਕ ਸਾਹਿਬ ਦੇ ਬੋਲਾਂ ਦੀ ਵਿਆਖਿਆ। ਸੋ ਕੋਈ ਵੀ ਵਾਧੂ ਬਚਨ ਦਸਮ ਬਾਣੀ ਵਿੱਚ ਨਹੀਂ ਆਵੇਗਾ। ਜਿਹੜੇ ਜਿਹੜੇ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਆਏ ਨੇ ਉਹਨਾਂ ਦੀ ਹੀ ਵਿਆਖਿਆ ਆਵੇਗੀ। ਹਾਂ, ਕਿਸੇ ਨੂੰ ਸ਼ੰਕਾ ਹੋਵੇ ਤੇ ਆਪਾਂ ਇਹਦੇ ਤੇ ਵਿਚਾਰ ਵੀ ਕਰ ਸਕਦੇ ਹਾਂ। ਲਕੀਰ ਲੰਮੀ ਕਰਨੀ ਚਾਹੀਦੀ ਹੈ। ਰਗਤ ਬੀਜ ਕਾਲ ਨੇਮ ਬਿਦਾਰੇ। ਗੁਰੂ ਨਾਨਕ ਸਾਹਿਬ ਕਹਿੰਦੇ ਉਸ ਅਕਾਲ ਪੁਰਖ ਨੇ ਹੱਥ ਰੱਖ ਕੇ ਦੈਵਿਕ ਤਾਕਤਾਂ ਬਖਸ਼ ਕੇ ਸੂਰਬੀਰਾਂ ਕੋਲੋਂ ਰਗਤ ਬੀਜ ਵਰਗੇ ਵੀ ਮਰਵਾ ਲਵੇ। ਦੇਵੀਆਂ ਨੂੰ ਬਰਕਤਾਂ ਦੇ ਕੇ ਦੈਂਤਾਂ ਨਾਲ ਯੁੱਧ ਕਰਵਾ ਲਿਆ। ਆਪੇ ਸਤਿਗੁਰ ਸ਼ਬਦ ਵਿਚਾਰੇ
ਦੈਂਤ ਸੰਘਾਰ ਸੰਤ ਨਿਸਤਾਰੇ। ਹੁਣ ਜੇ ਇਸ ਹਰ ਲਫ਼ਜ਼ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕਰਨੀ ਹੁੰਦੀ ਤੇ ਬਹੁਤ ਵੱਡਾ ਆਕਾਰ ਬਣ ਜਾਂਦਾ। 1430 ਅੰਗ ਰੱਖੇ ਗਏ ਤੇ ਕਲਗੀਧਰ ਪਾਤਸ਼ਾਹ ਨੇ ਆਪਣੀ ਦਸਮ ਬਾਣੀ ਦੇ 1428 ਅੰਗ ਰੱਖੇ ਨੇ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਛਤਰ ਛਾਇਆ ਹੇਠ ਰੱਖਣ ਦੇ ਲਈ, ਕਿਉਂਕਿ ਤਖਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਖਸ਼ਿਆ ਗਿਆ। ਵੱਡੇ ਭਾਈ ਨੇ, ਰਾਜੇ ਸਾਡੇ ਉਹ ਨੇ, ਦਸਮ ਬਾਣੀ ਛੋਟੇ ਭਾਈ ਨੇ। ਸੋ ਇਸ ਗੱਲ ਦਾ ਖਿਆਲ ਰੱਖਿਓ। ਅਗਰ ਤੁਹਾਨੂੰ ਵਿਆਖਿਆ ਵਿਸਥਾਰ ਚਾਹੀਦਾ ਹੈ, ਜਿਵੇਂ ਤੁਹਾਡੇ ਬੱਚੇ ਸਕੂਲਾਂ 'ਚ ਪੜ੍ਹਦੇ ਨੇ ਨਾ, ਕਿਤਾਬਾਂ ਹੁੰਦੀਆਂ ਤੇ ਅੱਗੇ ਵਿਆਖਿਆ ਵਿੱਚ ਗਾਈਡਸ ਹੁੰਦੀਆਂ ਨੇ ਬੜੀਆਂ, ਇਸੇ ਤਰ੍ਹਾਂ ਹੀ ਇਹ ਵਿਆਖਿਆ ਹੈ। ਹੁਣ ਆਓ ਅੱਗੇ ਮਹਾਰਾਜ ਦੇ ਬੋਲਾਂ ਨਾਲ ਜੁੜੀਏ। ਅਥ ਬਚਿੱਤਰ ਨਾਟਕ ਗ੍ਰੰਥ ਲਿਖਿਆ ਤੇ ਤਵੈ ਪ੍ਰਸਾਦ। ਅਥ ਦਾ ਮਤਲਬ ਹੈ ਹੁਣ। ਅੱਛਾ, ਜਿਹੜਾ ਬਚਿੱਤਰ ਦਾ ਮਤਲਬ ਹੁੰਦਾ ਹੈ ਨਾ, ਇਹ ਸੰਸਕ੍ਰਿਤ ਦੇ ਲਫ਼ਜ਼ ਵਚਿੱਤਰ ਤੋਂ ਬਣਿਆ ਹੈ। ਵਚਿੱਤਰ ਮਤਲਬ ਜਿਹਦੇ ਅਨੇਕਾਂ ਹੀ ਰੰਗ ਨੇ, ਅਦਭੁਤ ਰਚਨਾ, ਜਿਹਦੇ ਵਿੱਚ ਬੇਅੰਤ ਰਚਨਾਵਾਂ ਨੇ, ਬੇਅੰਤ ਹੀ ਪਾਤਰ ਨੇ, ਨਾਨਾ ਪ੍ਰਕਾਰ ਦੇ ਪਾਤਰ ਨੇ। ਹੁਣ ਜਿਹੜੀ ਵਚਿੱਤਰ ਚੀਜ਼ ਹੋਵੇ ਨਾ, ਅਸਚਰਜ ਚੀਜ਼ ਹੋਵੇ, ਜਿੱਦਾਂ ਆਪਾਂ ਕਹਿੰਦੇ ਵਾਹਿਗੁਰੂ ਅਸਚਰਜ ਹੈ ਤੇ ਉਹਦੀ ਸਾਨੂੰ ਸਮਝ ਵੀ ਘੱਟ ਪੈਂਦੀ ਹੈ, ਇੱਦਾਂ ਹੀ ਦਸਮ ਦੀ ਬਾਣੀ ਦੀ ਆਪਾਂ ਨੂੰ ਸਮਝ ਨਹੀਂ ਪੈਂਦੀ, ਫਿਰ ਆਪਾਂ ਕਿੰਤੂ ਪਰੰਤੂ ਕਰਦੇ ਹਾਂ। ਇਹ ਅਸਚਰਜ ਰਚਨਾ ਹੈ। ਹੁਣ ਅੱਗੇ ਲਫ਼ਜ਼ ਹੈ ਨਾਟਕ। ਨਾਟਕ ਕੀ ਹੁੰਦਾ ਹੈ? ਨਾਟਕ ਦਾ ਮਤਲਬ ਹੈ ਹਾਵ ਭਾਵ, ਲਿਬਾਸ, ਬਾਣੀ ਨੂੰ ਧਾਰ ਕੇ ਕਿਸੇ ਘਟਨਾ ਨੂੰ ਪ੍ਰਤੱਖ ਕਰਕੇ ਦਿਖਾਉਣਾ। ਨਾਟਕ ਚੇਟਕ ਚੱਲਦੇ ਰਹਿੰਦੇ ਨੇ ਨਾ। ਹੁਣ ਕਾਵ ਰਚਨਾ ਵਿੱਚ ਨਾਟਕ ਲਫ਼ਜ਼ ਲਿਖ ਦੇਣਾ, ਇਹਦਾ ਮਤਲਬ ਕੀ ਹੈ? ਇਹਦਾ ਭਾਵ ਹੈ ਮਹਾਰਾਜ ਪਾਤਸ਼ਾਹ ਉੱਤਮ ਰੀਤੀ ਦੇ ਨਾਲ ਐਸਾ ਪ੍ਰਸੰਗ ਲਿਖਦੇ ਨੇ, ਐਸੀਆਂ ਸਾਖੀਆਂ ਲਿਖਦੇ ਨੇ, ਐਸਾ ਯੁੱਧ ਦਾ ਕਥਨ ਕਰਦੇ ਨੇ ਵੀ ਤੁਹਾਡੇ ਸਾਵੇਂ ਅੱਖਾਂ ਦੇ ਇਉਂ ਮਹਿਸੂਸ ਹੋਵੇ ਵੀ ਜੰਗ ਸਾਹਮਣੇ ਹੀ ਹੁੰਦਾ ਪਿਆ ਹੈ। ਉਹ ਇਤਿਹਾਸ ਵਿੱਚ ਦਰਜ ਪਾਤਰਾਂ ਨੂੰ ਇੱਕ ਨਾਟਕ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਲੈ ਆਉਂਦੇ ਨੇ। ਜਦੋਂ ਤੁਸੀਂ ਪੜ੍ਹਦੇ ਹੋ ਨਾ ਜੰਗਾਂ ਯੁੱਧਾਂ ਨੂੰ, ਚਾਹੇ ਨੰਦੌੜ ਦਾ ਯੁੱਧ ਹੈ, ਭੰਗਾਣੀ ਦਾ ਯੁੱਧ ਹੈ, ਪੜ੍ਹਦੇ ਹੋ ਇਉਂ ਲੱਗਦਾ ਹੈ ਜਿਵੇਂ ਸਾਹਮਣੇ ਕਲਗੀਧਰ ਪਾਤਸ਼ਾਹ ਜੂਝਦੇ ਹੋਣ। ਐਸੀ ਕਮਾਲ ਦੀ ਰਚਨਾ ਪੁਰਜ਼ੋਰ ਕਲਮ ਨਾਲ ਕਰਨ ਦੇਣੀ ਵੀ ਸੁਣਨ ਵਾਲੇ ਨੂੰ ਇਉਂ ਜਾਪੇ ਵੀ ਸਾਹਮਣੇ ਹੀ ਸਭ ਕੁਝ ਹੋ ਰਿਹਾ ਹੈ ਮੇਰੇ। ਨਾਟਕ ਵਾਂਗ ਪੇਸ਼ਕਾਰੀ ਕਰ ਦੇਣੀ। ਅੱਗੇ ਲਫ਼ਜ਼ ਹੈ ਗ੍ਰੰਥ। ਅੱਛਾ, ਜਿਹੜਾ ਗ੍ਰੰਥ ਲਫ਼ਜ਼ ਹੁੰਦਾ ਹੈ ਨਾ, ਗ੍ਰੰਥ ਦਾ ਭਾਵ ਹੁੰਦਾ ਹੈ ਜਿਹਦੇ 'ਚ ਕਈ ਪ੍ਰਕਾਰ ਦੇ ਜਿਹੜੇ ਬੋਲ ਨੇ, ਸਾਖੀਆਂ ਨੇ, ਜਿਹੜੇ ਬਚਨ ਨੇ, ਉਹਨਾਂ ਨੂੰ ਇਕੱਠਿਆਂ ਕਰਕੇ ਰੱਖ ਦੇਣਾ, ਮਜਮੂਨਾਂ ਨੂੰ ਗੋਂਦ ਲੈਣਾ। ਗ੍ਰੰਥ ਲਫ਼ਜ਼ ਉਹਦੇ ਲਈ ਆਉਂਦਾ ਹੈ। ਵੱਖ-ਵੱਖ ਮਜਮੂਨ, ਕਹਾਣੀਆਂ, ਸਾਖੀਆਂ ਨੂੰ ਇਕੱਠੇ ਕਰਨਾ ਇੱਕੇ ਜਿਲਦ ਵਿੱਚ। ਗ੍ਰੰਥ ਦਾ ਭਾਵ ਇੰਨਾ ਹੀ ਹੈ। ਲਿਖਿਆ ਤੇ ਕਹਿੰਦੇ ਮੈਂ ਲਿਖਣ ਲੱਗਾ, ਕਲਗੀਧਰ ਪਾਤਸ਼ਾਹ ਕਹਿੰਦੇ, ਪਰ ਵਾਰ-ਵਾਰ ਅਕਾਲ ਪੁਰਖ ਅੱਗੇ ਬੇਨਤੀ ਕਰਦੇ, ਕਹਿੰਦੇ ਉੱਦਾਂ ਨਹੀਂ ਲਿਖਿਆ ਜਾਣਾ, ਤਵੈ ਪ੍ਰਸਾਦ। ਜੇ ਅਕਾਲ ਪੁਰਖ ਤੇਰੀ ਕਿਰਪਾ ਹੋਵੇ ਤੇ ਲਿਖਿਆ ਜਾਵੇਗਾ, ਕਿਉਂਕਿ ਔਖਾ ਸੀ ਨਾ, ਜੰਗਾਂ ਯੁੱਧਾਂ ਦਾ ਸਮਾਂ ਸੀ। ਤੇਰੀ ਕਿਰਪਾ ਹੋਵੇ ਤੇ ਲਿਖਿਆ ਜਾਵੇਗਾ। ਤੂੰ ਮੇਰੇ ਤੇ ਕਿਰਪਾ ਕਰ, ਦਇਆ ਕਰ। ਇਹ ਸਿੱਖ ਜਗਤ ਵਿੱਚ ਜ਼ਿਆਦਾ ਕਵੀਆਂ ਨੇ ਤਵੈ ਪ੍ਰਸਾਦ ਲਫ਼ਜ਼ ਵਰਤਿਆ ਹੈ। ਐ ਅਕਾਲ ਪੁਰਖ ਤੇਰੀ ਕਿਰਪਾ ਨਾਲ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਜੇ ਨਾ, ਉੱਥੇ ਇੱਕ ਬੋਲ ਆਉਂਦਾ ਹੈ, ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ। ਅਕਾਲ ਪੁਰਖ ਦਾ ਪ੍ਰਸਾਦ ਕਿਰਪਾ ਹੋਵੇ ਫੇਰ ਹੀ ਸਾਡੀ ਜ਼ੁਬਾਨ 'ਚੋਂ ਕੁਝ ਬੋਲ ਨਿਕਲਦੇ ਨੇ, ਨਹੀਂ ਤੇ ਬੰਦਾ ਗੂੰਗਾ ਵੀ ਪੈਦਾ ਹੋ ਜਾਂਦਾ ਹੈ। ਕਹਿੰਦੇ ਜਿਹ ਪ੍ਰਸਾਦ ਹਸਤ ਕਰ ਚਲ ਹੈ, ਤੇ ਜੇ ਹੱਥੋਂ ਕਲਮ ਚੱਲਦੀ ਹੈ ਉਹ ਵੀ ਉਹਦੀ ਕਿਰਪਾ ਨਾਲ, ਨਹੀਂ ਤੇ ਲੰਗੇ ਲੂਲੇ ਵੀ ਉਹ ਪੈਦਾ ਕਰ ਦਿੰਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਤਵੈ ਪ੍ਰਸਾਦ, ਤੇਰੀ ਕਿਰਪਾ ਦੇ ਨਾਲ ਮੈਂ ਇਹ ਸ਼ੁਰੂ ਕਰਨ ਲੱਗਾ ਹਾਂ ਰਚਨਾ ਨੂੰ। ਕੌਣ ਸ਼ੁਰੂ ਕਰ ਰਿਹਾ ਹੈ? ਸ੍ਰੀ ਮੁਖ ਬਾਕ ਪਾਤਸ਼ਾਹੀ ਦਸਵੀਂ।
ਸ੍ਰੀ ਕਹਿੰਦੇ ਨੇ ਬੜਾ ਸੁੰਦਰ ਹੈ ਜੋ ਸ਼੍ਰੋਮਣੀ ਹੈ, ਜਿਹਦੇ ਵਰਗਾ ਕੋਈ ਸੁੰਦਰ ਹੈ ਨਹੀਂ ਹੈ, ਸਾਰਿਆਂ ਦਾ ਜੋ ਸਿਰਮੌਰ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੋ ਸੁੰਦਰਤਾ ਦੀ ਮੂਰਤ ਨੇ, ਮੁਖ ਵਾਕ ਉਹਨਾਂ ਦੇ ਪਵਿੱਤਰ ਮੁਖਾਰ ਬਿੰਦ ਤੋਂ, ਗਲੂਏ ਮੁਬਾਰਕ ਤੋਂ ਇਹ ਵਾਕ ਪ੍ਰਗਟ ਹੋ ਰਹੇ ਨੇ। ਪਾਤਸ਼ਾਹੀ ਦਸਵੀਂ। ਅੱਛਾ, ਸ੍ਰੀ ਮੁਖ ਵਾਕ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਹੈ। ਸਵਈਏ ਸ੍ਰੀ ਮੁਖ ਵਾਕ ਮਹੱਲਾ ਪੰਜਵਾਂ। ਗੁਰੂ ਅਰਜਨ ਸਾਹਿਬ ਦੀ ਬਾਣੀ ਆਉਂਦੀ ਨਾ, ਆਦ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹ ਬੋਲ ਆਉਂਦੇ ਨੇ। ਅੱਛਾ, ਗੁਰੂ ਗ੍ਰੰਥ ਸਾਹਿਬ ਵਿੱਚ ਮਹੱਲਾ ਆਉਂਦਾ ਹੈ, ਇੱਥੇ ਪਾਤਸ਼ਾਹੀ ਲਫ਼ਜ਼ ਆਜ਼ਾਦ ਹਸਤੀ ਹੈ, ਕਲਗੀਧਰ ਪਾਤਸ਼ਾਹ ਨੇ ਬਦਲਿਆ ਹੈ। ਮਹੱਲਾ ਕੀ ਹੈ? ਪਰਸ਼ੀਅਨ ਦਾ ਲਫ਼ਜ਼ ਹੈ। ਹਲੂਲ ਦੀ ਜਗ੍ਹਾ, ਮਹੱਲ ਮਹਿਲ, ਜਿਹਦੇ ਵਿੱਚ ਰਹੀਦਾ ਹੈ। ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਚੌਥਾ, ਪੰਜਵਾਂ, ਇਹ ਕਿਉਂ ਲਿਖਿਆ ਹੈ? ਮਹੱਲ ਤੋਂ ਭਾਵ ਹੈ ਗੁਰੂ ਨਾਨਕ ਸਾਹਿਬ ਰੂਪੀ ਮਹੱਲ ਨੇ, ਤੇ ਉਹਨਾਂ ਦੇ ਵਿੱਚ ਵਾਸ ਹੈ ਅਕਾਲ ਪੁਰਖ ਦੀ ਜੋਤ ਦਾ। ਜੋਤ ਰੂਪ ਹਰਾਪ ਗੁਰੂ ਨਾਨਕ ਕਹਾਇਓ। ਉਹ ਫਿਰ ਪਹਿਲਾ ਮਹੱਲ ਜਿਹੜਾ ਸੀ ਨਾ, ਜਦੋਂ ਪੰਜ ਭੂਤਕ ਸਰੀਰ ਨੂੰ ਜਾਣਾ ਪਿਆ, ਫਿਰ ਦੂਜਾ ਮਹੱਲ ਗੁਰੂ ਅੰਗਦ ਸਾਹਿਬ ਬਣ ਗਏ। ਸਾਡੇ ਕਈ ਵੀਰ ਇਸ ਨੂੰ ਮਹਿਲਾ ਕਹਿ ਦਿੰਦੇ ਨੇ, ਉਹ ਸੰਸਕ੍ਰਿਤ ਦਾ ਲਫ਼ਜ਼ ਸਮਝ ਲੈਂਦੇ ਨੇ। ਸੰਸਕ੍ਰਿਤ ਵਿੱਚ ਮਹਿਲਾ ਦਾ ਮਤਲਬ ਹੈ ਇਸਤਰੀ, ਵੀ ਗੁਰੂ ਸਾਹਿਬ ਆਪਣੇ ਆਪ ਨੂੰ ਪਰਮਾਤਮਾ ਦੀ ਸੁਹਾਗਣ ਕਹਿ ਕੇ ਬਾਣੀ ਉਚਾਰ ਰਹੇ ਨੇ, ਪਰ ਇੱਦਾਂ ਨਹੀਂ ਹੈ। ਕਿਉਂਕਿ ਕਈ ਜਗ੍ਹਾ ਪਹਿਲਾ ਦੂਜਾ ਲਿਖਿਆ ਵੀ ਆਉਂਦਾ ਹੈ। ਮੰਨ ਲਓ ਲਿਖਿਆ ਹੈ ਮਹੱਲਾ ਪਹਿਲਾ, ਉਹ ਏਕਾ ਪਾਇਆ, ਤੇ ਨਾਲ ਪਹਿਲਾ ਲਿਖਿਆ ਵੀ ਆਵੇਗਾ। ਮਹੱਲਾ ਦੂਜਾ, ਉੱਥੇ ਦੂਜਾ ਲਿਖਿਆ ਵੀ ਆਵੇਗਾ। ਜੇ ਮਹਿਲਾ ਹੁੰਦਾ, ਸੰਸਕ੍ਰਿਤ ਦਾ ਲਫ਼ਜ਼ ਹੁੰਦਾ, ਇਸਤਰੀ ਹੁੰਦਾ, ਤੇ ਫਿਰ ਮਹਿਲਾ ਪਹਿਲੀ, ਮਹਿਲਾ ਦੂਜੀ ਆਉਣਾ ਸੀ। ਸੋ ਜਿਨ੍ਹਾਂ ਨੂੰ ਅਲਫਾਜ਼ਾਂ ਦਾ ਗਿਆਨ ਨਹੀਂ ਵੀ ਕਿਹੜੀ ਭਾਸ਼ਾ ਨੂੰ ਬਿਲੋਂਗ ਕਰਦੇ ਨੇ, ਉਹ ਇੱਥੇ ਟਪਲਾ ਖਾ ਜਾਂਦੇ ਨੇ। ਇਹ ਮਹੱਲ ਲਫ਼ਜ਼ ਹੈ, ਮਹੱਲ, ਹਲੂਲ, ਉਤਰਨ ਦੀ ਜਗ੍ਹਾ, ਜਿੱਥੇ ਅਕਾਲ ਪੁਰਖ ਦੀ ਜੋਤ ਉਤਰੀ ਹੈ, ਉਹ 10 ਮਹੱਲ ਹੋਏ ਨੇ। ਦਬਿਸਤਾਨੇ ਮਜ਼ਹਬ ਦਾ ਕਰਤਾ ਵੀ ਇਸ ਨੂੰ ਹਲੂਲ ਦੀ ਜਗ੍ਹਾ ਲਿਖਦਾ ਹੈ। ਹੁਣ ਮਹਾਰਾਜ ਨੇ, ਅਕਾਲ ਪੁਰਖ ਨੇ ਗੁਰੂ ਨਾਨਕ 'ਚ ਜੋਤ ਟਿਕਾਈ। ਤਾਂਤੇ ਅੰਗਦ ਭਇਓ ਤਾਸੋਂ ਤਤ ਮਿਲਾਇਓ। ਗੁਰੂ ਨਾਨਕ ਨੇ ਜੋਤ ਲਈ ਜਗ੍ਹਾ ਚੁਣੀ, ਮਹੱਲ ਚੁਣਿਆ ਗੁਰੂ ਅੰਗਦ ਸਾਹਿਬ। ਫਿਰ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜਨ ਮਾਹੇ ਧਰੀ। ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਦਾ ਜੋਤੀ ਜੋਤਪੁਰਬ ਹੈ ਅੱਜ, ਉਹਨਾਂ ਕੀ ਕੀਤਾ? ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ। ਉਹਨਾਂ ਨੇ ਹਲੂਲ ਦੀ ਜਗ੍ਹਾ ਕਿਹੜੀ ਚੁਣੀ? ਗੁਰੂ ਰਾਮਦਾਸ ਜੀ ਦਾ ਸਰੀਰ ਚੁਣਿਆ, ਉੱਥੇ ਜੋਤ ਟਿਕਾਈ। ਹੁਣ ਜੋਤ ਨੂੰ ਜਗਣ ਲਈ ਦੀਵਾ ਤੇ ਚਾਹੀਦਾ ਹੀ ਹੈ ਨਾ, ਹਵਾ ਵਿੱਚ ਤੇ ਨਹੀਂ ਨਾ ਜਗਣਾ, ਸਰੀਰ ਤੇ ਚਾਹੀਦਾ ਹੈ। ਸੋ ਇਸੇ ਤਰ੍ਹਾਂ ਮਹੱਲਾ ਲਫ਼ਜ਼ ਵਰਤਿਆ ਗਿਆ। ਗੁਰੂ ਗੋਬਿੰਦ ਸਿੰਘ ਨੇ ਪਾਤਸ਼ਾਹ ਲਫ਼ਜ਼ ਵਰਤ ਲਿਆ, ਉਹਦਾ ਕਾਰਨ ਹੈ ਇੱਕ। ਬਾਣੀ ਵਿੱਚ ਵੀ ਆਉਂਦਾ ਹੈ ਨਾ, ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦੇ ਸ਼ਾਹ। ਪਾਤਸ਼ਾਹ ਹੁੰਦਾ ਕੀ ਹੈ? ਪਾਤ ਕਹਿੰਦੇ ਨੇ ਸਿੰਘਾਸਣ ਨੂੰ, ਤੇ ਸ਼ਾਹ ਕਹਿੰਦੇ ਨੇ ਸਿੰਘਾਸਣ ਦੇ ਮਾਲਕ ਨੂੰ। ਗੁਰੂ ਨਾਨਕ ਦੇ ਸਿੰਘਾਸਣ ਦਾ ਮਾਲਕ ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਣਿਆ ਹੈ। ਹੁਣ ਰਾਜਸੀ ਲੋਕਾਂ 'ਚ ਤਖਤ ਨੂੰ ਪਾਤਸ਼ਾਹ ਆਖਿਆ ਜਾਂਦਾ ਹੈ। ਪ੍ਰੇਮ ਰਸ ਵਿੱਚ ਗੁਰੂ ਪਾਤਸ਼ਾਹਾਂ ਨੇ ਤਖਤ ਨੂੰ ਮਹੱਲਾ ਲਫ਼ਜ਼ ਕਹਿ ਕੇ ਪੁਕਾਰਿਆ ਹੈ। 5 ਗੁਰੂ ਪ੍ਰੇਮ ਰਸ ਵਿੱਚ ਹੀ ਵਰਤੇ ਨੇ ਨਾ, ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਸਾਹਿਬ, ਉਹਨਾਂ ਦੀ ਬਾਣੀ ਪ੍ਰੇਮ ਰਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਣ ਦੇਖਿਆ ਹੈ ਵੀ ਮੁਗਲ ਪ੍ਰੇਮ ਦੀ ਪਰਿਭਾਸ਼ਾ ਨਹੀਂ ਸਮਝ ਰਹੇ, ਜ਼ੁਲਮੋ ਸਤਮ ਢਾ ਰਹੇ ਨੇ। ਹੁਣ ਵੀਰ ਰਸੀ ਤੌਰ 'ਤੇ ਇਹਨਾਂ ਨਾਲ ਟਕਰਾਉਣਾ ਪਵੇਗਾ, ਤੇ ਵੀਰ ਰਸ ਪੈਦਾ ਕਰਨ ਲਈ ਕਲਗੀਧਰ ਨੇ ਜਿੱਥੇ ਵੀਰ ਰਸੀ ਰੂਪ ਧਾਰ ਲਿਆ, ਸ਼ਸਤਰ ਧਾਰ ਲਏ, ਉੱਥੇ ਨਾਲ ਨਾਲ ਵੀਰ ਰਸੀ ਰਚਨਾ ਕਰ ਦਿੱਤੀ। ਤੇ ਹਰ ਦਸਮ ਬਾਣੀ ਦਾ ਅਲਫਾਜ਼ ਤੁਹਾਨੂੰ ਇਉਂ ਜਾਪੇਗਾ ਜਿਵੇਂ ਅੰਗਾਰੇ ਉਗਲਦਾ ਹੈ। ਅਕਾਲ ਪੁਰਖ ਦਾ ਰੂਪ ਹੀ ਜੰਗਜੂ ਬਿਆਨ ਕੀਤਾ, ਕਿਤੇ ਅਸਕੇਤ ਕਿਹਾ, ਕਿਤੇ ਖੜਗਧਾਰੀ ਵੀ ਉਹ ਤਲਵਾਰ ਰੱਖਦਾ ਹੈ। ਐ ਭਾਰਤ ਵਰਸ਼ ਦੇ 700 ਵਰੇ ਤੋਂ ਹੋਏ ਗੁਲਾਮ ਲੋਕੋ, ਅਕਾਲ ਪੁਰਖ ਦੀ ਲੈਤਾ ਕਰਨ ਵਾਲੀ ਸ਼ਕਤੀ ਜਿਹੜੀ ਹੈ, ਪਾਪ ਦਾ ਸੰਘਾਰ ਕਰਨ ਵਾਲੀ ਜਿਹੜੀ ਸ਼ਕਤੀ ਹੈ,
ਉਹਦੇ ਕੋਲੋਂ ਮੰਗੋ ਤਲਵਾਰ ਉਠਾਓ, ਮੁਗਲਾਂ ਦਾ ਖੁਰਾ ਖੋਜ ਮਿਟਾਓ ਤੇ ਆਜ਼ਾਦੀ ਹਾਸਲ ਕਰੋ। ਪਰਿਭਾਸ਼ਾ ਬਦਲ ਦਿੱਤੀ ਗਈ। ਔਰ ਸਾਬ ਕਿਹਾ, ਕਹਿੰਦੇ ਦਸਮ ਕਥਾ ਭਗਉਤ ਕੀ, ਭਾਖਾ ਕਰੀ ਬਨਾਏ ਅਵਰ ਬਾਸਨਾ, ਨਾਹੇ ਪ੍ਰਭ ਧਰਮ ਜੁਧ ਕੇ ਚਾਏ। ਕਹਿੰਦੇ ਮੈਂ ਆਪਣੀ ਬਾਣੀ ਜਿਹੜੀ ਉਚਾਰੀ ਹੈ ਨਾ, ਸਿਰਫ ਧਰਮ ਜੁੱਧ ਦਾ ਚਾਅ ਪੈਦਾ ਕਰਨ ਲਈ ਹੈ। ਸੋ ਇੱਥੇ ਇਹ ਤੇ ਲਕੀਰ ਹੀ ਮਾਰ ਦਿਓ ਵੀ ਜੇ ਕੋਈ ਆਖੇ ਵੀ ਦਸਮ ਬਾਣੀ ਦਾ ਜਿਹੜਾ ਮਰਾਤਬਾ ਹੈ ਉਹ 11ਵੇਂ ਗੁਰੂ ਦਾ ਹੈ, ਮਹਾਰਾਜ ਨੇ 11ਵੇਂ ਗੁਰੂ ਦਾ ਮਰਾਤਬਾ ਸ਼ਬਦ ਗੁਰੂ ਦਾ ਦਿੱਤਾ ਹੈ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਿਉਂ ਮਹਾਰਾਜ ਤੁਸੀਂ ਆਪਦੇ ਬੋਲ ਉਚਾਰੇ? ਕਹਿੰਦੇ ਅਵਰ ਬਾਸਨਾ ਨਾਹੇ ਪ੍ਰਭ ਧਰਮ ਜੁੱਧ ਕੇ ਚਾਏ। ਮੇਰੀ ਹੋਰ ਕੋਈ ਵਾਸ਼ਨਾ ਨਹੀਂ, ਭਾਰਤ ਵਰਸ਼ ਅੰਦਰ ਲੁਕਾਈ ਅੰਦਰ ਧਰਮ ਜੁੱਧ ਦਾ ਚਾਅ ਪੈਦਾ ਕਰਨ ਲਈ ਮੈਂ ਇਹ ਰਚਨਾ ਕੀਤੀ ਹੈ। ਡੇਟਾਂ ਵੀ ਮਿਲਦੀਆਂ ਨੇ, ਸਾਰੀਆਂ ਡੇਟਾਂ ਮਿਲਦੀਆਂ ਨੇ। ਜਿਨ੍ਹਾਂ ਬਾਣੀ ਨਹੀਂ ਪੜ੍ਹੀ ਉਹਨਾਂ ਨੂੰ ਭੁਲੇਖਾ ਹੈ। 17 ਸੈ 45 ਮਹਿ, 17 ਸੈ 45 ਮਹਿ, ਸਾਵਨ ਸੁਧ ਥਿਤ ਦੀਪ। ਜਗ੍ਹਾ ਵੀ ਦੱਸੀ ਹੈ, ਸਮਾਂ ਵੀ ਦੱਸਿਆ ਹੈ। ਵੱਖ ਵੱਖ ਬਾਣੀਆਂ ਦੇ ਵਿੱਚ ਤੁਸੀਂ ਪੜ੍ਹੋਗੇ, ਕਿੱਥੇ ਲਿਖਦੇ ਹੋ ਮਹਾਰਾਜੇ ਬਾਣੀ? ਕਹਿੰਦੇ ਨਗਰ ਪਾਵਟਾ ਸ਼ੁਭ ਕਰਨ, ਜਮਨਾ ਬਹੈ ਸਮੀਪ। ਪਾਉਂਟਾ ਸਾਹਿਬ ਵਿਖੇ ਤੇ ਜਿੱਥੇ ਜਮਨਾ ਵਗਦੀ ਹੈ, ਸਭ ਕੁਝ ਮਹਾਰਾਜ ਨੇ ਦੱਸਿਆ। ਹੁਣ ਦੇਖੋ ਅੱਗੇ ਕੀ ਕਹਿੰਦੇ ਨੇ। ਸ੍ਰੀ ਮੁਖਬਾਕ ਪਾਤਸ਼ਾਹੀ 10ਵੀਂ ਦੋਹਰਾ ਅਕਾਲ ਪੁਰਖ ਦਾ ਬੀਰ ਰਸੀ ਰੂਪ ਬਿਆਨ ਕਰਨ ਲੱਗੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰੇਮ ਰਸੀ ਰੂਪ ਹੈ। ਇੱਥੇ ਮਹਾਰਾਜ ਕੀ ਕਹਿੰਦੇ ਨੇ? ਨਮਸਕਾਰ ਸ੍ਰੀ ਖੜਗ ਕੋ, ਕਰੋ ਸੋ ਹਿਤ ਚਿਤ ਲਾਏ, ਪੂਰਨ ਕਰੋ ਗ੍ਰੰਥ ਇਹ, ਤੁਮ ਮੋਹਿ ਕਰੋ ਸਹਾਏ। ਪਾਤਸ਼ਾਹ ਕਹਿੰਦੇ ਨਮਸਕਾਰ ਹੈ। ਸ਼੍ਰੀ ਤੋਂ ਮਤਲਬ ਸ਼੍ਰੋਮਣੀ। ਖੜਗ ਕੀ ਹੈ? ਦੋ ਧਾਰੀ ਤਲਵਾਰ, ਖੰਡਾ ਕਹਿੰਦੇ ਹੋ ਜਿਹਦੇ ਦੋ ਮੂੰਹ ਨੇ। ਹੁਣ ਪਰਮਾਤਮਾ ਨੂੰ ਖੜਗ ਕਿਉਂ ਕਿਹਾ ਹੈ? ਬਾਣੀ ਵਿੱਚ ਵੀ ਆਉਂਦਾ ਨਾ, ਜਮਪੁਰ ਵੱਜ ਹੈ ਖੜਗ ਕਰਾਰੇ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਹੈ। ਹੁਣ ਖੜਗ ਖੰਡਾ ਇਹ ਦੋ ਧਾਰਾ ਹੈ। ਅਕਾਲ ਪੁਰਖ ਦੀਆਂ ਦੋ ਵੱਡੀਆਂ ਅਜ਼ਮਤਾਂ, ਤਾਕਤਾਂ, ਕਰਾਮਾਤਾਂ ਉਹ ਕੀ ਨੇ? ਇੱਕ ਸਾਰਿਆਂ ਦਾ ਆਗਾਜ਼ ਪੈਦਾ ਕਰਨਾ ਤੇ ਦੂਸਰਾ ਸਾਰਿਆਂ ਦਾ ਖਾਤਮਾ ਕਰਨਾ। ਐ ਅਕਾਲ ਪੁਰਖ ਤੂੰ ਦੋ ਧਾਰੀ ਖੰਡਾ ਹੈ, ਪੈਦਾ ਵੀ ਕਰਦਾ ਹੈ, ਭਾਵ ਰੱਖਿਆ ਵੀ ਕਰਦਾ ਹੈ। ਹੁਣ ਤਲਵਾਰ ਸਿੱਖ ਨੇ ਉਠਾਉਣੀ ਹੈ ਰੱਖਿਆ ਲਈ, ਮੁਗਲ ਉਠਾਉਂਦੇ ਸੀ ਜ਼ੁਲਮ ਕਰਨ ਲਈ, ਫਰਕ ਹੈ ਨਾ। ਤੂੰ ਰੱਖਿਆ ਵੀ ਕਰਦਾ ਹੈ ਤੇ ਸਵਾਸਾਂ ਦੀ ਪੂੰਜੀ ਮੁੱਕਣ ਤੇ ਤੂੰ ਖਾਤਮਾ ਵੀ ਕਰਦਾ ਹੈ। ਮਹਾਰਾਜ ਨੇ ਚੰਡੀ ਦੀ ਵਾਰ 'ਚ ਵੀ ਕਿਹਾ ਸੀ ਨਾ, ਖੰਡਾ ਪ੍ਰਥਮੈ ਸਾਜਕੈ ਜਿਨ ਸਭ ਸਹਿਸਾਰ ਉਪਾਇਆ। ਖੰਡੇ ਤੋਂ ਭਾਵ ਉਹ ਹੁਕਮ ਜਿਹਦੇ ਦੋ ਮੂੰਹ ਨੇ। ਹੁਕਮ 'ਚ ਹੀ ਪੈਦਾਇਸ਼ ਹੈ, ਹੁਕਮ 'ਚ ਹੀ ਮੌਤ ਹੈ। ਸੋ ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਪਰਮ ਸੱਤਾ ਆਏ ਅਕਾਲ ਪੁਰਖ, ਤੇਰੇ ਅੱਗੇ ਨਮਸਕਾਰ ਹੈ। ਤੇ ਕਿਵੇਂ ਨਮਸਕਾਰ ਕੀਤੀ? ਕਰੋ ਸੋ ਹਿਤ ਚਿਤ ਲਾਏ, ਬੜੇ ਪ੍ਰੇਮ ਦੇ ਨਾਲ ਸੀਸ ਝੁਕਾ ਕਰਕੇ ਕਹਿੰਦੇ ਮੈਂ ਤੇਰੇ ਅੱਗੇ ਨਮਸਕਾਰ ਕਰਦਾ ਹਾਂ, ਤੇਰੇ ਅੱਗੇ ਸੀਸ ਝੁਕਾਉਂਦਾ ਹਾਂ। ਪੂਰਨ ਕਰੋ ਗ੍ਰੰਥ ਇਹ, ਤੁਮ ਮੋਹਿ ਕਰਹੁ ਸਹਾਏ। ਮੇਰੀ ਸਹਾਇਤਾ ਕਰ। ਮੈਂ ਇੱਕ ਗ੍ਰੰਥ ਰਚ ਰਿਹਾ ਹਾਂ ਜਿਹਦੇ ਵਿੱਚ ਮਜ਼ਮੂਨ ਗੁੰਦਣੇ ਨੇ। ਵੱਖ ਵੱਖ ਇਤਿਹਾਸਿਕ ਪਾਤਰਾਂ ਨੂੰ ਇਕੱਠਿਆਂ ਕਰਕੇ ਰੱਖਣਾ ਹੈ ਮੈਂ। ਤੂੰ ਕਿਰਪਾ ਕਰ ਇਹ ਗ੍ਰੰਥ ਜਿਹੜਾ ਹੈ ਮੈਂ ਸੰਪੂਰਨ ਕਰ ਸਕਾਂ। ਹੁਣ ਛੰਦਬੰਦੀ ਚੱਲਦੀ ਹੈ, ਤ੍ਰਿਭੰਗੀ ਛੰਦ। ਸ੍ਰੀ ਕਾਲ ਜੀ ਕੀ ਉਸਤਤ। ਅਕਾਲ ਪੁਰਖ ਦਾ ਹੀ ਜਿਹੜਾ ਇੱਕ ਪੱਖ ਹੈ ਉਹ ਕਾਲ ਹੈ, ਭਾਵ ਜੋ ਸਾਰਿਆਂ ਨੂੰ ਮਾਰਨ ਵਾਲਾ ਹੈ। ਹੁਣ ਇੱਥੇ ਹੈ ਸ੍ਰੀ ਕਾਲ ਜੀ ਕੀ ਉਸਤਤ। ਪਹਿਲਾਂ ਲਿਖਿਆ ਹੈ ਤ੍ਰਿਭੰਗੀ ਛੰਦ। ਤ੍ਰਿਭੰਗੀ ਦਾ ਮਤਲਬ ਜੋ ਟੇਢਾ ਛੰਦ ਚੱਲਦਾ ਹੈ ਵਲ ਖਾ ਕੇ, ਜਿਹਦੇ 'ਚ 3 ਵਲ ਹੁੰਦੇ ਨੇ। ਇਹ ਕਵੀ ਜਨਾਂ ਨੂੰ ਜ਼ਿਆਦਾ ਇਹਦੀ ਸਮਝ ਹੈ। ਆਪਾਂ ਸੰਖੇਪ ਵਿੱਚ ਹੀ ਅੱਗੇ ਵਧੀਏ। 3 ਵਲ ਖਾਂਦਾ ਜਿਹੜਾ ਛੰਦ ਹੈ। ਹੁਣ ਮਹਾਰਾਜ ਕਹਿੰਦੇ ਨੇ ਸ੍ਰੀ ਕਾਲ। ਕਾਲ ਕੀ ਹੈ? ਮੌਤ। ਸਭ ਨੂੰ ਪੈਦਾ ਕਰਨਾ, ਸਭ ਦਾ ਖਾਤਮਾ ਕਰਨਾ।
ਤੇ ਕਾਲ ਤੋਂ ਉੱਤੇ ਕੌਣ ਹੈ? ਸ਼੍ਰੀ ਸ਼੍ਰੋਮਣੀ ਅਕਾਲ ਪੁਰਖ। ਕਹਿੰਦੇ ਮੈਂ ਜੋ ਕਾਲ ਕਾ ਵੀ ਕਾਲ ਹੈ, ਕਾਲ ਤੋਂ ਉੱਤੇ ਹੈ, ਸ਼੍ਰੋਮਣੀ ਹੈ, ਉਹਦੀ ਉਸਤਤ ਕਰਨ ਲੱਗਾ। ਸ਼੍ਰੀ ਕਾਲ ਜੀ ਕੀ ਉਸਤਤ 101 ਛੰਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਰੱਬ ਦੀ ਵਡਿਆਈ ਦੇ ਬਚਿੱਤਰ ਨਾਟਕ ਦੇ ਸ਼ੁਰੂ ਵਿੱਚ ਲਿਖੇ ਨੇ। ਹੁਣ ਮਹਾਰਾਜ ਅੱਗੇ ਫੁਰਮਾਨ ਕਰਦੇ ਨੇ, ਦੇਖੋ ਬਾਣੀ 'ਚ ਵੀ ਆਵੇਗਾ, ਤੂੰ ਅਕਾਲ ਪੁਰਖ ਨਾ ਹੀ ਸਿਰ ਕਾਲਾ। ਅਕਾਲ ਪੁਰਖ ਦੇ ਸਿਰ ਤੇ ਕਾਲ ਨਹੀਂ ਹੈ, ਬਾਕੀ ਸਾਰੇ ਦੇਵੀ ਦੇਵਤੇ, ਰਹਿਬਰ, ਗੁਰੂ ਪੀਰ ਜਿਹੜੇ ਸਰੀਰ ਧਾਰ ਕੇ ਆਉਂਦੇ ਨੇ, ਮੌਤ ਉੱਤੇ ਖਲੋਤੀ ਰਹਿੰਦੀ ਹੈ। ਇੱਥੇ ਸ਼੍ਰੀ ਕਾਲ ਹੈ ਜੋ ਮੌਤ ਦੇ ਉੱਤੇ ਖਲੋਤਾ ਹੈ, ਅਕਾਲ ਪੁਰਖ, ਜਿਹਨੂੰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਤੂੰ ਅਕਾਲ ਪੁਰਖ ਨਾ ਹੀ ਸਿਰ ਕਾਲਾ, ਤੂੰ ਕਾਲ ਤੋਂ ਵੀ ਵੱਡਾ ਹੈ, ਅਕਾਲ ਪੁਰਖ, ਤੇਰੇ ਸਿਰ ਤੇ ਮੌਤ ਨਹੀਂ ਹੈ। ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਰਣ ਮੰਡੰ ਬਰ ਬੰਡੰ। ਖੱਗ ਕਹਿੰਦੇ ਨੇ ਤਲਵਾਰ ਨੂੰ। ਤੁਸੀਂ ਹੈਰਾਨ ਰਹਿ ਜਾਓਗੇ, ਕੋਈ ਵਿਦਵਾਨਾਂ ਨੇ 15-20 ਨਾਮ ਲਿਖੇ ਨੇ ਤਲਵਾਰ ਦੇ, ਤੇ ਕਲਗੀਧਰ ਨੂੰ ਪੜ੍ਹੋਗੇ ਤੇ 50 ਨਾਮਾਂ ਤੋਂ ਉੱਤੇ ਨਾਮ ਤਲਵਾਰ ਦੇ ਹੀ ਬਾਪੂ ਦੀ ਕਲਮ ਚੋਂ ਪੈਦਾ ਹੋ ਗਏ ਨੇ। ਐਸੀ ਰਚਨਾ ਕਰਦੇ ਨੇ। ਸ਼ਸਤਰ ਨਾਮ ਵਾਲਾ ਪੜ੍ਹਿਓ ਕਦੇ। ਖਗ ਖੰਡ ਬਿਹੰਡੰ, ਖੰਡ ਕਹਿੰਦੇ ਨੇ ਟੁਕੜੇ ਨੂੰ। ਐ ਅਕਾਲ ਪੁਰਖ ਤੂੰ ਹੀ ਤਲਵਾਰ ਦਾ ਸਰੂਪ ਹੈ ਜਿਹੜੀ ਪਾਪੀਆਂ ਦੇ ਟੁਕੜੇ ਕਰ ਦਿੰਦੀ ਹੈ ਮੈਦਾਨੇ ਜੰਗ ਦੇ ਅੰਦਰ। ਜਿਹੜਾ ਲਫ਼ਜ਼ ਹੈ ਨਾ ਬਿਹੰਡੰ, ਖੰਡ ਹੁੰਦਾ ਟੁਕੜਾ ਤੇ ਬਿਹੰਡ ਹੁੰਦਾ ਚੰਗੀ ਤਰ੍ਹਾਂ ਟੁਕੜਾ ਕਰ ਦੇਣਾ, ਖੁਰਾ ਖੋਜ ਮਿਟਾ ਦੇਣਾ। ਕਿੰਨਾਂ ਦੇ ਟੁਕੜੇ ਕਰਦਾ ਤੂੰ? ਖਲ ਦਲ ਖੰਡੰ, ਜਿਹੜੇ ਖਲ ਨੇ, ਜਿਹੜੇ ਪਾਪ ਕਮਾਉਣ ਵਾਲੇ ਨੇ, ਉਹਨਾਂ ਦੇ ਪਾਤਸ਼ਾਹ ਤੂੰ ਟੁਕੜੇ ਕਰਦਾ ਹੈ। ਦਲਾਂ ਦੇ ਦਲ ਵੀ ਆ ਜਾਣ ਨਾ ਪਾਪੀਆਂ ਦੇ, ਤੂੰ ਸਾਰਿਆਂ ਨੂੰ ਖੰਡਿਤ ਕਰ ਦਿੰਦਾ ਹੈ। ਅਤ ਰਣ ਮੰਡੰਗ ਬਰ ਬੰਡੰ, ਤੇ ਜਦੋਂ ਤੂੰ ਮੈਦਾਨੇ ਜੰਗ ਦੇ ਵਿੱਚ ਜਿਸ ਦੇ ਸਿਰ ਤੇ ਹੱਥ ਰੱਖਦਾ ਹੈ, ਉਹ ਐਸਾ ਰਣ ਮਚਾਉਂਦਾ ਹੈ ਵੀ ਉਹ ਯੁੱਧ ਭੂਮੀ ਨੂੰ ਸ਼ਿੰਗਾਰ ਦੇ ਰੂਪ ਵਿੱਚ ਪ੍ਰਗਟ ਕਰ ਦਿੰਦਾ ਹੈ, ਸ਼ਿੰਗਾਰ ਕੇ ਰੱਖ ਦਿੰਦਾ ਹੈ ਸੂਰਬੀਰ ਯੁੱਧ ਦੀ ਭੂਮੀ ਨੂੰ। ਜਿਵੇਂ ਕਿਸੇ ਇਸਤਰੀ ਨੇ ਲਾਲ ਵਸਤਰ ਪਾਏ ਹੁਣ ਸ਼ਿੰਗਾਰ ਕੀਤਾ ਹੋਵੇ, ਜਿਹਨੂੰ ਤੂੰ ਥਾਪੜਾ ਦਵੇਂ ਉਹ ਸੂਰਮਾ ਮੈਦਾਨੇ ਜੰਗ ਵਿੱਚ ਲਹੂ ਦੇ ਨਾਲ ਮੈਦਾਨ ਨੂੰ ਸ਼ਿੰਗਾਰ ਦਿੰਦਾ ਹੈ। ਇਹ ਵੀਰ ਰਸ ਪੈਦਾ ਕਰਨ ਨੂੰ ਬੋਲ ਨੇ ਬਾਪੂ ਦੇ। ਬਰ ਬੰਡੰ, ਬਰ ਕਹਿੰਦੇ ਨੇ ਬਲੀ ਨੂੰ, ਬੰਡੰਗ ਦਾ ਮਤਲਬ ਹੈ ਬਲ ਵੰਡਣ ਵਾਲਾ। ਤੂੰ ਬਲੀਆਂ ਦੀ ਵੀ ਵਾਰ ਆਪ ਵੰਡਦਾ ਹੈ, ਵਰ ਦਿੰਦਾ ਹੈ, ਬਖਸ਼ਿਸ਼ਾਂ ਦਿੰਦਾ ਹੈ, ਤਾਕਤਾਂ ਦਿੰਦਾ ਹੈ। ਦੂਸਰਾ ਭਾਵ ਇਹਦਾ ਜਿਹੜਾ ਖਲ ਲਫ਼ਜ਼ ਹੈ ਨਾ, ਜਿੱਥੇ ਉਹ ਪਾਪੀ ਲਈ, ਮਾੜੇ ਬੰਦੇ ਲਈ ਆਉਂਦਾ ਹੈ, ਉੱਥੇ ਮੂਰਖ ਲਈ ਵੀ ਆਉਂਦਾ ਹੈ। ਤੂੰ ਗਿਆਨ ਰੂਪ ਤਲਵਾਰ ਹੈ ਜੋ ਮੂਰਖਾਂ ਦੇ ਅਗਿਆਨ ਦੇ ਟੁਕੜੇ ਟੁਕੜੇ ਕਰ ਦਿੰਦਾ ਹੈ। ਬਾਣੀ ਦੇ ਦੋ ਪੱਖ ਹੁੰਦੇ ਨੇ, ਅੰਤਰੀਵ ਤੇ ਪ੍ਰਗਟ। ਸਤਪੁਰਸ਼ ਅੰਤਰੀਵ ਭਾਵਨਾ ਚੱਲ ਪੈਂਦੇ ਨੇ, ਸੂਰਮੇ ਪ੍ਰਗਟ ਰੂਪ ਨਾਲ ਚੱਲ ਪੈਂਦੇ ਨੇ। ਵੀਰ ਰਸੀ ਲੋਕ ਬਾਹਰੀ ਰੂਪ ਲੈ ਲੈਂਦੇ ਨੇ। ਪੱਖ ਦੋਵੇਂ ਹੀ ਨੇ ਮਹਾਰਾਜ ਦੀ ਰਚਨਾ ਦੇ। ਪੁਜ ਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਭਾਨ ਪ੍ਰਭੰ। ਭੁਜ ਦੰਡ ਦਾ ਮਤਲਬ ਹੈ ਜਿਹਦੀਆਂ ਬਾਹਾਂ ਦੰਡ ਦੇਣ ਵਾਲੀਆਂ ਤੇ ਬਹੁਤੀਆਂ ਲੰਮੀਆਂ ਨੇ। ਪੁਜ ਦੰਡ ਅਖੰਡੰ ਤੇਜ ਪ੍ਰਚੰਡੰ। ਮਹਾਰਾਜ ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ ਤੇਰੀਆਂ ਬਾਹਾਂ 'ਚ ਇੰਨਾ ਬਲ ਹੈ ਜਿਹੜਾ ਘਟਦਾ ਹੀ ਨਹੀਂ ਹੈ। ਇਹ ਮਹਾਰਾਜ ਅਖੰਡੰਗ ਤੋਂ ਭਾਵ ਖੰਡ ਟੁਕੜਾ, ਅਖੰਡ ਦਾ ਮਤਲਬ ਜਿਹਦਾ ਟੁਕੜਾ ਨਾ ਹੋਵੇ। ਤੇਰੇ ਕੋਈ ਟੁਕੜੇ ਨਹੀਂ ਕਰ ਸਕਦਾ, ਤੇਰੇ ਬਲ ਨੂੰ ਕੋਈ ਕੱਟਣ ਵਾਲਾ ਪੈਦਾ ਨਹੀਂ ਹੋਇਆ। ਤੇਜ ਪ੍ਰਚੰਡੰ, ਹੁਣ ਜਿਹੜਾ ਤੇਜ ਲਫ਼ਜ਼ ਹੈ ਇਹਦਾ ਭਾਵ ਹੈ ਪ੍ਰਤਾਪ, ਅਜ਼ਮਤ, ਕਰਾਮਾਤ। ਐ ਦੀਨ ਦੁਨੀਆ ਦੇ ਮਾਲਕ ਅਕਾਲ ਪੁਰਖ, ਤੇਰਾ ਤੇਜ ਪ੍ਰਤਾਪ ਬੜਾ ਹੈ, ਨਾ ਸਹਾਰੇ ਜਾਣ ਵਾਲਾ ਹੈ। ਸੋ ਮਹਾਰਾਜ ਇੱਥੇ ਕਹਿੰਦੇ ਨੇ ਜੋਤ ਅਮੰਡੰ ਭਾਨ ਪ੍ਰਭੰ। ਤੇਰੀ ਜਿਹੜੀ ਅਕਾਲ ਪੁਰਖ ਪਰਮਾਤਮਾ ਜੋਤ ਹੈ ਨਾ, ਬੜੀ ਪ੍ਰਚੰਡ ਹੈ। ਇਹ ਸੂਰਜ ਵੀ ਤੇਥੋਂ ਹੀ ਜੋਤ ਲੈ ਕੇ ਜਗਮਗ ਕਰਦਾ ਹੈ। ਤੇਰਾ ਤੇਜ ਬੜਾ ਤਿੱਖਾ ਹੈ, ਤੇਰੀ ਸ਼ਕਤੀ ਬੜੀ ਚਮਕਦਾਰ ਹੈ, ਤੇਰੇ ਵਿੱਚ ਅਜ਼ਮਤ ਬੜੀ ਹੈ, ਪ੍ਰਕਾਸ਼ ਇੰਨਾ ਕੁ ਪ੍ਰਕਾਸ਼ ਵੀ ਸੂਰਜ ਆਦਿਕ ਵੀ
ਤੈਥੋਂ ਪ੍ਰਚੰਡ ਰੂਪ ਕੋਲੋਂ ਰੌਸ਼ਨੀ ਲੈ ਕੇ ਜਗਦੇ ਨੇ, ਨਹੀਂ ਤੇ ਉਹ ਵੀ ਜਗ ਨਹੀਂ ਸਕਦੇ। ਸੋ ਮਹਾਰਾਜ ਇੱਥੇ ਕਹਿੰਦੇ ਨੇ ਭਾਨ ਪ੍ਰਭੰ, ਭਾਨ ਸੂਰਜ ਨੂੰ ਕਿਹਾ ਗਿਆ ਹੈ। ਭਾਨ ਰਾਜਿਆਂ ਨੂੰ ਵੀ ਵੈਸੇ ਕਹਿ ਦਿੰਦੇ ਨੇ, ਰਾਜਿਆਂ ਨੂੰ, ਸੂਰਜ ਨੂੰ ਰੌਸ਼ਨੀ ਦੇਣ ਵਾਲਾ ਹੈ। ਪ੍ਰਭੰ, ਪ੍ਰਭਾ ਕੀ ਹੁੰਦੀ ਹੈ? ਚਮਕ, ਰੌਸ਼ਨੀ। ਇਹ ਤੇ ਇੱਥੋਂ ਹੀ ਰੌਸ਼ਨੀ ਲੈਂਦੇ ਨੇ। ਸੁਖ ਸੰਤਾਂ ਕਰਣੰ ਦੁਰਮਤ ਦਰਣੰ ਕਿਲਬਿਕ ਹਰਣੰ ਅਸਰਣੰ। ਜਿਹੜੇ ਸੰਤ ਨੇ, ਭਾਵ ਤੇਰਾ ਨਾਮ ਜਪਣ ਵਾਲੇ, ਉਹਨਾਂ ਨੂੰ ਤੇ ਸੁਖ ਦਿੰਨਾ ਹੈ। ਤੇ ਜਿਹੜੇ ਦੀਨ ਦੁਨੀਆ ਦੇ ਮਾਲਕ ਦੁਰਮਤੀਏ ਨੇ ਨਾ, ਗੁਰਮਤ ਦੇ ਉਲਟ ਨੇ, ਤੇਰੇ ਉਲਟ ਚੱਲਦੇ ਨੇ। ਦੁਰਮਤ ਦਰਣੰ, ਦੁਰਮਤ ਕੀ ਹੈ? ਰੱਬ ਤੋਂ ਦੂਰ ਜਾਣ ਵਾਲੀ ਮੱਤ। ਦਰਣੰਗ ਦਾ ਮਤਲਬ ਹੈ ਕੁਚਲ ਕੇ ਸੁੱਟ ਦੇਣਾ। ਜਿਹੜੇ ਦੁਰਮਤੀਏ ਨੇ ਉਹਨਾਂ ਨੂੰ ਕੁਚਲ ਦਿੰਨਾ ਹੈ। ਜਾਂ ਅੰਤਰੀਵ ਭਾਵ ਲੈ ਲਓ, ਗੁਰਮਤੀਆਂ ਅੰਦਰ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਜਿਹੜੇ ਦੁਰਮਤੀਏ ਨੇ ਨਾ, ਉਹਨਾਂ ਦੀ ਵੀ ਦੁਰਮਤ ਨੂੰ, ਮਨਮਤ ਨੂੰ ਤੂੰ ਦੂਰ ਕਰਕੇ ਮਹਾਰਾਜ ਪਾਤਸ਼ਾਹ ਕੁਚਲ ਕੇ ਗਿਆਨ ਬਖਸ਼ ਦਿੰਨਾ ਹੈ। ਖੈਰ ਸੰਤਾਂ ਦਾ ਉਹ ਪੱਖੀ ਹੈ, ਦੁਰਮਤੀਆਂ ਨੂੰ ਉਹ ਦੰਡ ਦੇਣ ਵਾਲਾ ਹੈ। ਕਿਲਬਿਖ ਹਰਣੰ ਅਸਰਣੰ, ਜੇ ਦੁਰਮਤੀਏ ਉਹਦੇ ਚਰਨਾਂ ਵਿੱਚ ਆ ਜਾਣ। ਕਿਲਬਿਖ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਬੜਾ ਬੋਲ ਆਉਂਦਾ ਹੈ। ਕਿਲਬਿਖ ਕਹਿੰਦੇ ਨੇ ਪਾਪ ਨੂੰ। ਪਾਪ ਅੰਦਰ ਫੁੱਲਦਾ ਹੈ, ਵੀ ਮਨ 'ਚ ਮੈਲਾ ਫੁਰਨਾ ਆ ਗਿਆ ਵੀ ਕਿਸੇ ਦਾ ਕਤਲ ਕਰਨਾ ਹੈ। ਅਗਰ ਹੱਥਾਂ ਨਾਲ ਕਰ ਦਿੱਤਾ ਤੇ ਅਪਰਾਧ ਬਣ ਗਿਆ, ਜੇ ਨਹੀਂ ਕੀਤਾ ਕਤਲ, ਅਪਰਾਧ ਤੋਂ ਬਚ ਗਏ, ਪਰ ਅੰਦਰ ਪਾਪ ਫੁਰਿਆ ਸੀ। ਕਹਿੰਦੇ ਤੇਰਾ ਨਾਮ ਪਾਪ ਵੀ ਮਿਟਾਉਂਦਾ ਹੈ। ਜਿਹੜੇ ਅੰਦਰ ਭੈੜੇ ਫੁਰਨੇ ਨੇ ਨਾ ਸਾਡੇ, ਮਾੜੀ ਸੋਚ ਖਤਮ ਕਰਦਾ ਹੈ। ਤੇ ਸਾਨੂੰ ਅਪਰਾਧ ਕਰਨ ਤੋਂ ਵੀ ਮਹਾਰਾਜ ਕਹਿੰਦੇ ਅਕਾਲ ਪੁਰਖ ਤੇਰਾ ਨਾਮ ਬਚਾ ਲੈਂਦਾ ਹੈ। ਕਿਲਬਿਖ ਹਰਣੰ, ਹਰ ਲੈਣਾ, ਨਾਸ਼ ਕਰ ਦੇਣਾ ਪਾਪਾਂ ਨੂੰ। ਅਸ ਸਰਣੰ, ਕਿਹਨਾਂ ਦੇ ਪਾਪ ਮਿਟਾਉਂਦਾ ਹੈ? ਜਿਹੜੇ ਮਹਾਰਾਜ ਕਹਿੰਦੇ ਅਸ ਸਰਣੰ, ਮੇਰੇ ਵਾਂਗੂ ਤੇਰੀ ਸ਼ਰਨ ਆ ਜਾਣ। ਜਿਹੜੇ ਸ਼ਰਨ ਨਹੀਂ ਆਉਂਦੇ ਉਹਨਾਂ ਦੇ ਪਾਪ ਕਹਿੰਦੇ ਨਹੀਂ ਮਿਟਾਉਂਦਾ। ਸੋ ਮਹਾਰਾਜ ਅੱਗੇ ਫਰਮਾਨ ਕਰਦੇ ਨੇ, ਜੈ ਜੈ ਜਗ ਕਾਰੰ ਸ੍ਰਿਸ਼ਟ ਉਬਾਰਨ ਮਮ ਪ੍ਰਤਪਾਰਨ ਜੈ ਤੇਗੰ। ਤੇਰੀ ਦੁਨੀਆ ਵਿੱਚ ਸਦਾ ਹੀ ਜੈ ਜੈਕਾਰ ਹੈ। ਕਾਰਨ ਦਾ ਮਤਲਬ ਹੈ ਤੂੰ ਦੁਨੀਆ ਨੂੰ ਪੈਦਾ ਕਰਦਾ ਹੈ, ਤੂੰ ਦੁਨੀਆ ਦੀ ਪਰਵਰਿਸ਼ ਕਰਦਾ ਹੈ। ਜੈ ਜੈ ਜਗ ਕਾਰਨ, ਐ ਜਗਤ ਦੇ ਕਾਰਨ ਸਰੂਪ, ਐ ਓੰਕਾਰ ਅਕਾਲ ਪੁਰਖ, ਤੂੰ ਦੁਨੀਆ ਪੈਦਾ ਕੀਤੀ ਹੈ, ਤੂੰ ਜਗਤ ਦਾ ਕਾਰਨ ਹੈ। ਸ੍ਰਿਸ਼ਟ ਉਭਾਰਨ, ਤੇ ਜਿਹੜੇ ਸ੍ਰਿਸ਼ਟੀ ਵਿੱਚ ਪੈਦਾ ਹੋਏ ਨੇ, ਵਿਕਾਰਾਂ ਵਿੱਚ, ਕਾਮ ਕ੍ਰੋਧ ਵਿੱਚ ਡੁੱਬੇ ਨੇ, ਉਹਨਾਂ ਨੂੰ ਉਭਾਰ ਲੈਣਾ ਹੈ। 84 ਦੇ ਗੇੜ ਚੋਂ ਉਹਨਾਂ ਨੂੰ ਕੱਢ ਲੈਣਾ ਹੈ। ਮਮ ਪ੍ਰਤਪਾਰਨ ਜੈ ਤੇਗੰ। ਮਮ ਦਾ ਮਤਲਬ ਸੰਸਕ੍ਰਿਤ ਵਿੱਚ ਹੈ ਮੇਰਾ। ਕਲਗੀਧਰ ਨੇ ਸੰਸਕ੍ਰਿਤ, ਅਰਬੀ, ਫਾਰਸੀ, ਬ੍ਰਿਜ ਭਾਸ਼ਾ, ਗੁਰਮੁਖੀ, ਪੰਜਾਬੀ, ਬੇਅੰਤ ਭਾਸ਼ਾ ਵਰਤੀਆਂ ਨੇ। ਕਹਿੰਦੇ ਮਮ ਪ੍ਰਤਪਾਰਨ ਜੈ ਤੇਗੰ, ਕਹਿੰਦੇ ਐ ਅਕਾਲ ਪੁਰਖ ਮੇਰੇ ਨਿਰਗੁਣ ਸਰੂਪ, ਮੈਨੂੰ ਵੀ ਤੂੰ ਹੀ ਪਾਲਦਾ ਹੈ। ਇਹ ਨਿਮਰਤਾ ਦੇ ਬੋਲ ਨੇ। ਜੈ ਤੇਗੰ, ਤੇਰੀ ਜੈ ਹੈ। ਐ ਤੇਗ ਸਰੂਪ ਭਾਵ ਐ ਪਾਪੀਆਂ ਨੂੰ ਦੰਡ ਦੇਣ ਵਾਲੇ, ਐ ਖੜਗ ਸਰੂਪ ਸਭ ਨੂੰ ਪੈਦਾ ਕਰਨ ਵਾਲੇ, ਤੇਰੀ ਸਦਾ ਹੀ ਮਹਾਰਾਜ ਕਹਿੰਦੇ ਦੁਨੀਆ ਤੇ ਜੈਕਾਰ ਹੈ। ਅੱਗੇ ਫਿਰ ਵਲ ਖਾਂਦਾ ਛੰਦ ਹੈ, ਭੁਜੰਗ ਪ੍ਰਿਆਤ ਛੰਦ। ਭੁਜੰਗ ਸੱਪ ਨੂੰ ਕਹਿੰਦੇ ਨੇ, ਸੱਪ ਵਲ ਖਾ ਕੇ ਚੱਲਦਾ ਹੈ। ਮਹਾਰਾਜ ਕਹਿੰਦੇ ਭੁਜੰਗ ਪ੍ਰਿਆਤ ਛੰਦ ਸਦਾ ਏਕ ਜੋਤਿਅੰ ਅਜੂਨੀ ਸਰੂਪੰ ਮਹਾਦੇਵ ਦੇਵੰ ਮਹਾਭੂਪ ਭੂਪੰ। ਹੁਣ ਦੇਖੋ, ਸੂਰਜ ਦੀ ਜੋਤ ਵੱਧਦੀ ਘਟਦੀ ਹੈ, ਚੰਦਰਮਾ ਵਾਧਾ ਘਟਦਾ ਹੈ, ਪਰ ਅਕਾਲ ਪੁਰਖ ਜਿਹੜਾ ਹੈ ਐ ਨਿਰੰਕਾਰ ਸਦਾ ਏਕ ਜੋਤੰ, ਤੇਰੀ ਜਿਹੜੀ ਜੋਤ ਹੈ ਉਹ ਵੱਧਦੀ ਘਟਦੀ ਨਹੀਂ ਹੈ। ਤੇਰੀ ਜੋਤ ਇੱਕ ਰਸ ਰਹਿੰਦੀ ਹੈ। ਤੈਨੂੰ ਕੋਈ ਬੁਝਾ ਨਹੀਂ ਸਕਦਾ ਵੀ ਜਿਵੇਂ ਰਾਤ ਨੂੰ ਸੂਰਜ ਬੁਝ ਗਿਆ ਤੇ ਚੰਦਰਮਾ ਚੜ੍ਹ ਗਿਆ, ਤੇ ਦਿਨੇ ਚੰਦਰਮਾ ਬੁਝ ਗਿਆ ਤੇ ਸੂਰਜ ਚੜ੍ਹ ਗਿਆ, ਤੈਨੂੰ ਕੋਈ ਬੁਝਾਉਣ ਵਾਲਾ ਪੈਦਾ ਨਹੀਂ ਹੋਇਆ। ਐ ਖੜਗ ਸਰੂਪ ਤੇਗ ਸਰੂਪ ਪਰਮਾਤਮਾ, ਤੈਨੂੰ ਕੋਈ ਮਿਟਾਉਣ ਵਾਲਾ ਪੈਦਾ ਨਹੀਂ ਹੋਇਆ।
ਆੜਾ ਤੇਗ ਲਫ਼ਜ਼ ਆਪਾਂ ਵਰਤਦੇ ਨਾ ਵਾਰ-ਵਾਰ, ਇਹ ਵੀ ਫਾਰਸੀ ਦਾ ਲਫ਼ਜ਼ ਹੈ, ਇਹ ਕੋਈ ਪੰਜਾਬੀ ਦਾ ਲਫ਼ਜ਼ ਨਹੀਂ ਹੈ, ਗੁਰਮੁਖੀ ਦਾ ਲਫ਼ਜ਼ ਨਹੀਂ ਹੈ। ਕਈ ਅਲਫਾਜ਼ ਦੂਜੀ ਭਾਸ਼ਾ 'ਚੋਂ ਲਏ ਜਾਂਦੇ ਨੇ ਬਾਣੀ ਵਿੱਚ। ਮਹਾਰਾਜ ਆਖਣ ਲੱਗੇ, ਅਕਾਲ ਪੁਰਖ ਤੂੰ ਸਦਾ ਏਕ ਜੋਤਿੰਗ ਹੈ, ਅਜੂਨੀ ਸਰੂਪੰ। ਜਿੱਥੇ ਤੂੰ ਜੋਤ ਸਰੂਪ ਹੈ ਨਾ, ਉੱਥੇ ਤੂੰ ਜੂਨਾਂ ਵਿੱਚ ਨਹੀਂ ਆਉਂਦਾ, ਮਾਂ ਦੇ ਤੂੰ ਗਰਭ ਵਿੱਚ ਨਹੀਂ ਆਉਂਦਾ, ਤੇਰਾ ਜਿਹੜਾ ਸਰੂਪ ਹੈ ਅਜੂਨੀ ਹੈ। ਅੱਗੇ ਮਹਾਰਾਜ ਆਖਣ ਲੱਗੇ, ਮਹਾਦੇਵ ਦੇਵੰ ਮਹਾਭੂਪ ਭੂਪੰ। ਬੜੇ ਦੇਵਤੇ ਨੇ ਦੁਨੀਆ ਤੇ, ਬੜੇ ਦੇਵ ਹੋਏ ਨੇ ਦੁਨੀਆ ਦੇ ਉੱਤੇ, ਪਰ ਇਹ ਦੀਨ ਦੁਨੀਆ ਦੇ ਮਾਲਕ ਤੂੰ ਸਾਰਿਆਂ ਦੇਵਤਿਆਂ ਦਾ ਦੇਵ ਹੈ, ਭਾਵ ਸਾਰਿਆਂ ਦਾ ਤੂੰ ਖਸਮ ਹੈ। ਮਹਾਰਾਜ ਆਖਣ ਲੱਗੇ, ਮਹਾਭੂਪ ਭੂਪੰ। ਭੂਪ ਕਹਿੰਦੇ ਨੇ ਧਰਤੀ ਪੱਤ ਨੂੰ, ਧਰਤੀ ਦੇ ਮਾਲਕ ਨੂੰ, ਧਰਤੀ ਦੇ ਰਾਜੇ ਨੂੰ। ਹੋਏ ਹੋਣਗੇ ਇੱਥੇ ਲੱਖਾਂ ਰਾਜੇ, ਕਹਿੰਦੇ ਪਰ ਸਾਰਿਆਂ ਤੋਂ ਵੱਡਾ ਭੂਪ ਤੂੰ ਹੈ। ਦੂਸਰਾ ਪੱਖ ਕੀ ਹੈ? ਮਹਾਦੇਵ ਦੇਵੰ ਮਹਾਭੂਪ ਭੂਪੰ। ਦੇਵਤਿਆਂ ਚੋਂ ਮਹਾਨ ਕੌਣ ਹੈ? ਮਹਾਦੇਵ, ਜਿਹਨੂੰ ਹਿੰਦੂ ਵੀਰ ਸ਼ਿਵਜੀ ਕਹਿੰਦੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ, ਦੇਵਤਿਆਂ ਚੋਂ ਮਹਾਨ ਦੇਵ ਸ਼ਿਵਜੀ ਹੈ, ਤੇ ਤੂੰ ਸ਼ਿਵਜੀ ਤੋਂ ਵੀ ਮਹਾਨ ਹੈ, ਭਾਵ ਤੂੰ ਉਹਨਾਂ ਵੀ ਸਾਰਿਆਂ ਦੇ ਉੱਤੋਂ ਦੀ ਹੈ। ਮਹਾਦੇਵ ਕੋ ਕਹਿਤ ਸਦਾ ਸਿਰ ਨਿਰੰਕਾਰ ਕਾ ਚਿੰਤ ਨਹਿ। ਭਿਵ ਕਹਿੰਦੇ ਨਿਰੰਕਾਰ ਸਾਰਿਆਂ ਦੇ ਉੱਤੋਂ ਦੀ ਹੈ। ਫਿਰ ਮਹਾਰਾਜ ਕਈ ਸ਼ਿਵਜੀ ਨੂੰ ਕਿਉਂ ਮਹਾਕਾਲ ਸਮਝਦੇ ਨੇ? ਕਹਿੰਦੇ ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ। ਜਿੰਨੀ ਕਿ ਸਮਝ ਹੈ ਉਹਨਾਂ ਕੀ ਬੋਲਦੇ ਨੇ। ਮਹਾਕਾਲ ਇੱਕ ਹੀ ਹੈ, ਉਹ ਅਕਾਲ ਪੁਰਖ ਹੈ। ਬਾਕੀ ਸਾਰੇ ਮਰ ਰਹੇ ਨੇ, ਉਮਰਾਂ ਭੋਗ ਕੇ ਜਾ ਰਹੇ ਨੇ, ਚਾਹੇ ਉਹ ਦੇਵੀ ਦੇਵਤੇ ਨੇ, ਮਹਾਪੁਰਸ਼ ਨੇ, ਗੁਰੂ ਪੀਰ ਨੇ। ਤੂੰ ਸਾਰੇ ਰਾਜਿਆਂ ਦਾ ਰਾਜਾ ਹੈ, ਸਾਰਿਆਂ ਨਾਲੋਂ ਤੂੰ ਮਹਾਨ ਰਾਜਾ ਹੈ। ਨਿਰੰਕਾਰ ਨਿਤਯੰ ਨਿਰੂਪੰ ਨਿਰਵਾਣੰ। ਨਿਰੰਕਾਰ ਪਤਾ ਉਹਨੂੰ ਕਿਉਂ ਕਿਹਾ? ਜਦੋਂ ਉਹ ਜੋਤ ਸਰੂਪ ਹੈ, ਉਹ ਆਕਾਰ 'ਚ ਹੀ ਨਹੀਂ ਆਉਂਦਾ, ਉਹਦਾ ਕੋਈ ਆਕਾਰ ਨਹੀਂ ਹੈ, ਨਿਰਆਕਾਰ ਹੈ। ਜਿੱਦਾਂ ਆਕਾਸ਼ ਦਾ ਕੋਈ ਆਕਾਰ ਸ਼ੇਪ ਥੋੜ੍ਹੀ ਹੈ, ਕੋਈ ਦੱਸ ਨਹੀਂ ਸਕਦਾ, ਉਹਦਾ ਵੀ ਆਕਾਰ ਨਹੀਂ ਹੈ। ਨਿਰੰਕਾਰ ਨਿਰਵਿਕਾਰ ਨਿਤਯੰ ਨਿਰਾਲੰ। ਨਿਰੰਕਾਰ ਨਿਤਯੰ ਨਿਰੂਪੰ ਨਿਰਵਾਣੰ। ਐਸੇ ਪਾਤਸ਼ਾਹ ਦੇ ਬੋਲ ਕਹਿੰਦੇ, ਆਕਾਰ ਤੇਰਾ ਕੋਈ ਨਹੀਂ, ਪਰ ਨਿਤ ਸਰੂਪ ਹੈ, ਤੂੰ ਮੌਜੂਦ ਦੁਨੀਆ ਵਿੱਚ ਹੀ ਰਹਿਣਾ ਹੈ। ਨਿਰੂਪੰ ਨਿਰਵਾਣੰ। ਤੇ ਜਿਹੜਾ ਆਕਾਰ ਹੀ ਕੋਈ ਨਹੀਂ ਹੈ, ਉਹਦੇ ਰੂਪ ਨੂੰ ਭਲਾ ਦੱਸੋ ਆਪਾਂ ਬਿਆਨ ਕਿਵੇਂ ਕਰ ਸਕਦੇ ਹਾਂ? ਨਿਰੂਪ ਦਾ ਮਤਲਬ ਹੈ ਜਿਹਦਾ ਸਵਰੂਪ ਨਹੀਂ ਹੈ। ਨਿਰਵਾਣੰ, ਨਿਰਵਾਣ ਤੋਂ ਭਾਵ ਹੈ ਰਿਹਾਈ ਕੁਨ, ਰਿਹਾਈ ਦੇਣ ਵਾਲਾ, ਮੁਕਤੀ ਦੇਣ ਵਾਲਾ। ਤੂੰ ਸਾਰਿਆਂ 'ਚ ਹੋ ਕੇ ਵੀ ਨਿਰਵਾਣ ਹੈ, ਮੁਕਤ ਹੈ ਤੂੰ ਪੁੰਨਾ ਪਾਪਾਂ ਤੋਂ, ਪਾਤਸ਼ਾਹ ਤੂੰ ਰਹਿਤ ਹੈ। ਅੱਗੇ ਮਹਾਰਾਜ ਕਹਿੰਦੇ, ਕਲੰ ਕਾਰਣੇਯੰ ਨਮੋ ਖੜਗ ਪਾਣੰ। ਕਲੰਕ ਤੋਂ ਭਾਵ ਹੈ ਕਲਾ। ਕਲਾ ਹੁੰਦੀ ਹੈ ਕਰਾਮਾਤ। ਤੁਸੀਂ ਪੜ੍ਹਦੇ ਹੋ ਨਾ, ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ। ਕਹਿੰਦੇ ਕਲੰ ਕਾਰਣੇਯੰ, ਜਿੰਨੀ ਵੀ ਦੁਨੀਆ 'ਚ ਕਰਾਮਾਤ ਹੈ ਅਕਾਲ ਪੁਰਖ ਤੇਰੀ ਹੈ। ਉਹ ਨਮੋ ਖੜਗ ਪਾਣੰ, ਤੇ ਤੇਰੇ ਹੱਥ ਵਿੱਚ ਹੁਕਮ ਰੂਪੀ ਖੜਗ ਹੈ, ਤਲਵਾਰ ਹੈ, ਜੋ ਸਦਾ ਹੀ ਧਾਰਦਾ ਹੈ, ਜਿਸ ਦੇ ਨਾਲ ਦੁਨੀਆ ਦੀ ਪੈਦਾਇਸ਼ ਤੇ ਖਾਤਮਾ ਕਰਦਾ ਹੈ ਤੂੰ। ਹਰਨ ਭਰਨ ਜਾਂ ਕਾ ਨੇਤਰ ਫੋਰ। ਉਹ ਰੰਚਕ ਮਾਤਰ ਸਮੇਂ 'ਚ ਦੁਨੀਆ ਸਾਜ ਸਕਦਾ, ਦੁਨੀਆ ਖਤਮ ਕਰ ਸਕਦਾ ਹੈ। ਨਿਰੰਕਾਰ ਨਿਰਵਿਕਾਰ ਨਿਤਯੰ ਨਿਰਾਲੰ। ਇਹ ਨਿਰਆਕਾਰ ਪਰਮਾਤਮਾ, ਤੇਰੇ 'ਚ ਵਿਕਾਰ ਕੋਈ ਨਹੀਂ ਹੈ। ਜਿਹੜਾ ਸਰੀਰ 'ਚ ਨਹੀਂ ਆਇਆ ਉਹਨੂੰ ਵਿਕਾਰ ਕੀ ਛੂਵੇਗਾ? ਉਹਨੂੰ ਕਾਮ ਕ੍ਰੋਧ ਕਦੇ ਛੋਹ ਨਹੀਂ ਸਕਦੇ। ਨਿਤਯੰ ਨਿਰਾਲੰਗ, ਤੂੰ ਦੁਨੀਆ ਵਿੱਚ ਨਿਤ ਸਰੂਪ ਮੌਜੂਦ ਹੈ, ਤੇ ਨਿਰਾਲੰਗ ਅਦੁੱਤੀ, ਤੇਰੇ ਵਰਗਾ ਕੋਈ ਸੁੰਦਰ ਵੀ ਨਹੀਂ ਹੈ ਜਦੋਂ ਤੂੰ ਸਰਗੁਣ ਸਰੂਪ ਧਾਰਦਾ ਹੈ। ਜਦੋਂ ਤੂੰ ਗੁਰੂ ਪਾਤਸ਼ਾਹ ਦੇ ਰੂਪ ਵਿੱਚ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਬਣਦਾ ਹੈ, ਤੇ ਤੇਰੇ ਵਰਗਾ ਨਿਰਾਲਾ ਤੇ ਸੁੰਦਰ ਵੀ ਕੋਈ ਨਹੀਂ ਹੈ। ਅੱਗੇ ਮਹਾਰਾਜ ਕਹਿੰਦੇ ਨੇ, ਨਾ ਬ੍ਰਿਧੰ ਬਸੇਖੰ ਨਾ ਤਰੁਣੰ ਨਾ ਬਾਲੰ। ਵਿਸ਼ੇਸ਼ ਕਰਕੇ ਜਦੋਂ ਸਰੀਰ ਵਿੱਚ ਆਇਆ ਨਹੀਂ, ਨਾ ਤੈਨੂੰ ਬੁੱਢਾ ਹੀ ਕਿਹਾ ਜਾ ਸਕਦਾ ਹੈ। ਬਸੇਖੰ ਵਿਸ਼ੇਸ਼ ਕਰਕੇ ਕਹਿੰਦੇ ਤੈਨੂੰ ਬੁੱਢਾ ਵੀ ਨਹੀਂ ਕਿਹਾ ਜਾ ਸਕਦਾ।
ਵਿਸ਼ੇਕ ਹੁੰਦਾ ਅਧਿਕਤਾ ਵਿੱਚ ਬਜ਼ੁਰਗੀਆਂ ਤਾਕਤਾਂ ਮੰਨਣ ਵਾਲਾ। ਮਹਾਰਾਜ ਕਹਿੰਦੇ ਬ੍ਰਿਧੰ ਵਿਸ਼ੇਖੰ। ਵਿਸ਼ੇਖੰ ਦਾ ਮਤਲਬ ਜ਼ਿਆਦਤੀ ਵੀ ਹੁੰਦਾ, ਧੱਕਾ ਕਰਨਾ। ਤੂੰ ਕਿਸੇ ਨਾਲ ਧੱਕਾ ਨਹੀਂ ਕਰਦਾ, ਜੋ ਮੈਂ ਕੀਆ ਸੋ ਮੈਂ ਪਾਇਆ, ਕਰਮਾਂ ਦੀ ਸਜ਼ਾ ਹੀ ਦਿੰਦਾ ਹੈ ਤੂੰ। ਖੈਰ ਨਾ ਤੂੰ ਬ੍ਰਿਧ ਹੈ ਵਿਸ਼ੇਸ਼ ਕਰਕੇ, ਨਾ ਤੂੰ ਜਵਾਨ ਹੈ, ਨਾ ਤੂੰ ਬੱਚਾ ਹੈ, ਨਾ ਰੰਕੰਗ ਨਾ ਰਾਯੰਗ ਨਾ ਰੂਪੰਗ ਨਾ ਰੇਖੰ। ਰੰਕ ਗਰੀਬ ਨੂੰ ਵੀ ਕਹਿੰਦੇ ਨੇ, ਮੂਰਖ ਨੂੰ ਵੀ ਕਹਿੰਦੇ ਨੇ। ਕਹਿੰਦੇ ਨਾ ਤੂੰ ਰੰਕ ਹੈ, ਨਾ ਤੂੰ ਗਰੀਬ ਹੈ, ਨਾ ਰਾਯੰਗ ਨਾ ਤੂੰ ਰਾਜਾ ਹੈ, ਨਾ ਰੰਗੰਗ ਨਾ ਰਾਗੰ। ਰੰਗ ਤੋਂ ਭਾਵ ਹੈ ਇਹ ਦੁਨੀਆ ਦੇ ਮਾਲਕ। ਰੰਗ ਦਾ ਅਰਥ ਆ ਜਿਹੜੇ ਕਾਲੇ ਪੀਲੇ ਰੰਗ ਵੀ ਹੈ। ਇਹ ਨਹੀਂ ਕਿਹਾ ਜਾ ਸਕਦਾ ਵੀ ਤੂੰ ਸ਼ਿਆਮ ਰੰਗ ਦਾ ਹੈ, ਤੂੰ ਗੋਰਾ ਹੈ, ਤੂੰ ਕਾਲਾ ਹੈ। ਜਿੱਥੇ ਤੂੰ ਸਾਰਿਆਂ 'ਚ ਸਮਾਇਆ ਹੈ, ਸਾਰੇ ਹੀ ਰੰਗ ਤੇਰੇ ਨੇ। ਜਿੱਥੇ ਤੂੰ ਆਕਾਸ਼ ਵਾਂਗੂ ਉਪਰਾਮ ਰਹਿਣਾ ਹੈ, ਉੱਥੇ ਤੇਰਾ ਕੋਈ ਰੰਗ ਵੀ ਨਹੀਂ ਹੈ। ਉਹਦੇ ਰੂਪ ਬੜੇ ਨੇ, ਅਨੇਕ ਉਹਦੇ ਰੂਪ ਨੇ। ਰਾਏ ਤੋਂ ਮਤਲਬ ਹੈ ਜਿਹੜਾ ਰਾਜਾ ਹੈ, ਅਮਰੀ ਹੈ, ਬਰਕਤਾਂ ਵਾਲਾ ਹੈ। ਕਹਿੰਦੇ ਨਾ ਤੂੰ ਰਾਜਾ ਹੈ, ਨਾ ਤੂੰ ਰੰਕ ਹੈ, ਨਾ ਤੇਰਾ ਕੋਈ ਰੂਪ ਹੈ, ਨਾ ਰੇਖੰ। ਆ ਹੱਥ ਦੀਆਂ ਲਕੀਰਾਂ ਵੀ ਤੇਰੇ ਹੈ ਨਹੀਂ, ਕਿਉਂਕਿ ਸਰੂਪ ਵਿੱਚ ਨਹੀਂ ਹੈ ਤੂੰ, ਕਰਮਗਤ ਦੇ ਅਧੀਨ ਨਹੀਂ ਹੈ। ਰੇਖੰਗ ਦਾ ਮਤਲਬ ਕ੍ਰੋਧ ਵੀ ਹੁੰਦਾ ਜੇ। ਤੂੰ ਸ਼ਾਂਤ ਚਿੱਤ ਰਹਿਣ ਵਾਲਾ ਹੈ। ਮਹਾਰਾਜ ਦੀਨ ਦੁਨੀਆ ਦੇ ਮਾਲਕ ਅੱਗੇ ਆਖਣ ਲੱਗੇ ਨਾ ਰੰਗੰ ਨਾ ਰਾਗੰ ਅਪਾਰੰ ਅਭੇਖੰ। ਹੁਣ ਜਿਹੜਾ ਰੰਗ ਲਫ਼ਜ਼ ਵਰਤਿਆ ਹੈ ਨਾ, ਰੰਗ ਦਾ ਮਤਲਬ ਹੈ ਵਰਣ ਵੰਡ। ਜਿੱਦਾਂ ਬ੍ਰਾਹਮਣਾਂ ਬਣਾਈ ਨਾ ਸ਼ੂਦਰ ਵੈਦ ਛਤਰੀ ਆਦਿਕ, ਕਹਿੰਦੇ ਤੂੰ ਕਿਸੇ ਵਰਣ ਵਿੱਚ ਨਹੀਂ ਹੈ। ਮਹਾਰਾਜ ਆਖਣ ਲੱਗੇ ਨਾ ਰਾਗੰ। ਹੁਣ ਰਾਗ ਦਾ ਜਿਹੜਾ ਮਤਲਬ ਹੈ, ਰਾਗ ਦਾ ਭਾਵ ਸੰਗੀਤ ਵੀ ਹੈ, ਰਾਗ ਦਾ ਜਿਹੜਾ ਮਤਲਬ ਹੈ ਪ੍ਰੇਮ ਵੀ ਹੈ। ਤੂੰ ਮੋਹ 'ਚ ਨਹੀਂ ਫਸਦਾ, ਤੂੰ ਕਿਸੇ ਦੇ ਪ੍ਰੇਮ ਵਿੱਚ ਨਹੀਂ ਵੱਜਾ ਹੋਇਆ। ਇੱਥੇ ਸਾਰੀ ਬਾਤ ਉਸ ਨਿਰਗੁਣ ਸਰੂਪ ਦੀ ਚੱਲ ਰਹੀ ਹੈ। ਕਦੇ ਕਦੇ ਮਹਾਰਾਜ ਸਰਗੁਣ ਸਰੂਪ ਨੂੰ ਵਿੱਚ ਲੈ ਆਉਣਗੇ, ਕਿਤੇ ਜੋਤ ਸਰੂਪ ਦੀ ਗੱਲ ਕਰਨਗੇ। ਸਾਰੇ ਉਸ ਪਰਮਾਤਮਾ ਦੇ ਹੀ ਰੂਪ ਨੇ। ਮਹਾਰਾਜ ਕਹਿੰਦੇ ਅਪਾਰੰ ਅਭੇਖੰ। ਹਰ ਜਗ੍ਹਾ ਦਾ ਇੱਕ ਪਾਰਲਾ ਕੰਢਾ ਹੁੰਦਾ ਹੈ, ਪਰ ਤੇਰਾ ਪਾਰ ਨਹੀਂ ਲੱਭਿਆ ਕਿਸੇ ਨੂੰ ਵੀ ਤੇਰੀ ਏਡੀ ਵੱਡੀ ਹਸਤੀ ਹੈ। ਅਭੇਖੰ, ਭੇਖ ਤੋਂ ਰਹਿਤ ਹੈ। ਜੇ ਕੋਈ ਆਖੇ ਨਾ ਵੀ ਰੱਬ ਕੱਲਾ ਸਿੱਖ ਹੀ ਹੈ, ਰੱਬ ਕੱਲਾ ਮੁਸਲਮਾਨ ਹੀ ਹੈ, ਰੱਬ ਕੱਲਾ ਈਸਾਈ ਹੈ, ਰੱਬ ਕੱਲਾ ਸਨਾਤਨ ਮਤੀਆ ਹੀ ਹੈ, ਕਹਿੰਦੇ ਨਹੀਂ, ਇੱਕੇ ਭੇਖ ਵਿੱਚ ਤੂੰ ਵੱਜਦਾ ਨਹੀਂ ਹੈ, ਤੂੰ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਸੋ ਮਹਾਰਾਜ ਅੱਗੇ ਕਹਿੰਦੇ ਨਾ ਰੂਪੰਗ ਨਾ ਰੇਖੰਗ ਨਾ ਰੰਗੰਗ ਨਾ ਰਾਗੰ। ਨਾ ਤੇਰਾ ਕੋਈ ਰੂਪ ਹੈ, ਨਾ ਕੋਈ ਰੇਖਾ ਹੈ, ਨਾ ਤੇਰਾ ਕੋਈ ਕਾਲਾ ਪੀਲਾ ਰੰਗ ਹੈ, ਨਾ ਤੇਰਾ ਕੋਈ ਵਰਣ ਹੈ, ਨਾ ਤੂੰ ਮੋਹ ਮਾਇਆ ਵਿੱਚ ਫਸਦਾ ਹੈ, ਨਾ ਨਾਮੰਗ ਨਾ ਠਾਮੰਗ ਮਹਾਜੋਤ ਜਾਗੰ। ਜਦੋਂ ਸਰੀਰ ਨਹੀਂ ਤੇ ਫਿਰ ਤੇਰਾ ਨਾਮ ਕੀ ਰੱਖੀਏ? ਜਦੋਂ ਸਰੀਰ ਨਹੀਂ ਤੇ ਨਾ ਠਾਮੰਗ, ਤੇਰਾ ਘਰ ਦਾ ਐਡਰੈਸ ਕੀ ਦਈਏ ਲੋਕਾਂ ਨੂੰ? ਜਦੋਂ ਤੇਰਾ ਸਰੀਰ ਨਹੀਂ ਹੈ, ਉੱਥੋਂ ਦੀ ਬਾਤ ਹੈ, ਥਾਂ ਜਗ੍ਹਾ ਕਿਵੇਂ ਦੱਸੀਏ? ਮਹਾਜੋਤ ਜਾਗੰ। ਪਰ ਫਿਰ ਵੀ ਤੂੰ ਮਹਾਜੋਤ ਹੈ ਜੋ ਸਾਰਿਆਂ ਦੇ ਦਰਮਿਆਨ ਜਗ ਰਹੀ ਹੈ, ਤਾਂ ਹੀ ਇਹ ਨੇਤਰ ਦੇਖਦੇ ਨੇ ਤੇ ਕਦਮ ਚੱਲਦੇ ਨੇ। ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ ਨਾ, ਜੇ ਜੋਤ ਖਿੱਚ ਲਵੇ ਤੇ ਆਪਾਂ ਮਿੱਟੀ ਹੈ। ਜਬ ਲਗ ਤੇਲ ਦਿਵੈ ਮੁਖ ਬਾਤੀ, ਤਬ ਸੂਝੈ ਸਭ ਕੋਈ। ਤੇਲ ਜਲੈ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ। ਜਦੋਂ ਜੋਤ ਨਾ ਰਹੀ ਤੇ ਮੰਦਰ ਸੁੰਨਾ, ਸਰੀਰ ਸੁੰਨਾ ਪੈ ਜਾਂਦਾ ਹੈ। ਖੈਰ ਉਹ ਜੋਤ ਸਰੂਪ ਹੈ, ਜਗਦਾ ਰਹਿੰਦਾ ਹੈ। ਨਾ ਦਵੈਖੰਗ ਨਾ ਭੇਖੰ, ਨਿਰੰਕਾਰ ਨਿਤਯੰ। ਦਵੈਖ ਕਹਿੰਦੇ ਨੇ ਈਰਖਾ ਕਰਨੀ, ਵੈਰ ਕਮਾਉਣਾ। ਤੂੰ ਕਿਸੇ ਨਾਲ ਵੈਰ ਨਹੀਂ ਕਰਦਾ, ਨਾ ਤੂੰ ਭੇਖਾਂ ਵਿੱਚ ਆਉਣਾ ਹੈ। ਨਿਤਯੰਗ ਹੈ, ਰੋਜ਼ ਸਰੂਪ ਹੈ, ਨਿਤ ਨਵਾਂ ਹੈ, ਮੌਜੂਦ ਹੈ, ਆਕਾਰ ਤੇਰਾ ਹੈ ਨਹੀਂ ਹੈ। ਕਹਿੰਦੇ ਮਹਾਜੋਗ ਜੋਗੰ ਸੋ ਪਰਮੰ ਪਵਿੱਤਯੰ। ਆ ਬੜੇ ਜੋਗੀ ਹੋਏ ਨੇ ਦੁਨੀਆ ਤੇ। ਜੋਗ ਰੱਬ ਨਾਲ ਜੁੜਨ ਨੂੰ ਕਹਿੰਦੇ ਨੇ। ਜੋ ਰੱਬ ਨਾਲ ਜੁੜ ਗਿਆ ਹੈ ਉਸ ਨੂੰ ਜੋਗੀ ਕਿਹਾ ਜਾਂਦਾ ਹੈ। ਅੱਜ ਕੱਲ੍ਹ ਤੇ ਉੱਦਾਂ ਹੀ ਕੰਨ ਪੜਵਾ ਕੇ ਨਾਮ ਜੋਗੀ ਰੱਖ ਲੈਂਦੇ ਨੇ। ਕਹਿੰਦੇ ਬੜੇ ਇੱਥੇ ਜੋਗੀ ਹੋਣਗੇ, ਤੂੰ ਸਾਰਿਆਂ ਦਾ ਵੱਡਾ ਮਾਲਕ ਹੈ, ਖਸਮ ਹੈ, ਤੂੰ ਕੁੱਲ ਕਾਇਨਾਤ ਦਾ ਖਸਮ ਹੈ।
ਸੋ ਦੀਨ ਦੁਨੀਆ ਦੇ ਮਾਲਕ ਇੱਥੇ ਆਖਣ ਲੱਗੇ, ਸੋ ਪਰਮੰ ਪਵਿੱਤਯੰ। ਪਰਮ ਕਹਿੰਦੇ ਨੇ ਜੋ ਸਭ ਤੋਂ ਉੱਚਾ ਹੈ, ਪਵਿੱਤਯੰ ਕਹਿੰਦੇ ਨੇ ਜੋ ਬੜਾ ਪਾਕ ਹੈ, ਨਿਰਮਲ ਹੈ, ਜਿਹਦੇ ਵਿੱਚ ਮੈਲ ਨਹੀਂ, ਨਿਰਮਲ, ਜੋ ਸਾਰਿਆਂ ਨੂੰ ਪਾਕ ਹੈ, ਪਵਿੱਤਰ ਹੈ, ਨਿਰਮਲ ਹੈ। ਇੱਦਾਂ ਗੁਰੂ ਗੋਬਿੰਦ ਸਿੰਘ ਦੀ ਕਲਮ ਨੇ ਸੈਂਕੜੇ ਹੀ ਨਾਮ ਅਕਾਲ ਪੁਰਖ ਦੇ, ਅਗੋਚਰ ਨਾਮ, ਪ੍ਰਗਟ ਨਾਮ, ਕਰਮ ਨਾਮ ਆਪਣੀ ਕਲਮ ਨਾਲ ਲਿਖੇ ਨੇ। ਔਰ ਦੁਨੀਆ 'ਤੇ ਕੋਈ ਹੋਰ ਮਹਾਂਪੁਰਸ਼, ਰਹਿਬਰ, ਪੀਰ, ਫਕੀਰ, ਅਵਤਾਰ ਨਹੀਂ ਆਇਆ ਜਿਹਨੇ ਗੁਰੂ ਗੋਬਿੰਦ ਸਿੰਘ ਨਾਲੋਂ ਵੱਧ ਨਾਮ ਅਕਾਲ ਪੁਰਖ ਦੇ ਲਿਖੇ ਹੋਣ। ਸੋ ਅੱਗੇ ਕੱਲ੍ਹ ਨੂੰ ਫਿਰ ਇਹਨਾਂ ਨਾਵਾਂ ਦੀ ਸਾਂਝ ਪਾਵਾਂਗੇ, ਨਾਲ ਨਾਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ 'ਚੋਂ ਪੰਕਤੀਆਂ ਲੈ ਕੇ ਚੱਲਾਂਗੇ ਵੀ ਇਹਨਾਂ ਨਾਵਾਂ ਦਾ ਜ਼ਿਕਰ ਮਹਾਰਾਜ ਦੀ ਬਾਣੀ 'ਚ ਵੀ ਆਉਂਦਾ ਹੈ। ਦਾਸ ਇੱਥੇ ਹੀ ਆਪਣੇ ਬੋਲਾਂ ਨੂੰ ਵਿਸ਼ਰਾਮ ਦਿੰਦਾ ਹੈ। ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।